ਪਰਿਵਾਰ ਦਾ ਕੀ ਬਣਿਆ ਸੀ ਲੱਖੀ ਸ਼ਾਹ ਵਣਜਾਰਾ ਦੇ? ਜੋ ਪਰਿਵਾਰ ਦੀ ਗੱਲ ਆਉਂਦੀ ਉਦੋਂ ਬਾਅਦ ਦੇ ਵਿੱਚ ਕੀ ਉਹ ਜਿਉਂਦੇ ਰਹੇ ਸੀ ਜਾਂ ਕੁਝ ਸਜ਼ਾ ਮਿਲੀ ਸੀ ਜਾਂ ਕਿਵੇਂ? ਭਾਰਤ ਦੇ ਵਿੱਚ ਵਪਾਰ ਸੀਗਾ ਉਹ 10,000 ਗੱਡਿਆਂ ਤੋਂ 20,000 ਗੱਡੇ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਨਾ ਤੁਹਾਨੂੰ ਬਹੁਤ ਕੰਮ ਦੀਆਂ ਗੱਲਾਂ ਦੱਸਣੀਆਂ। ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡਾ ਨਾਂ ਹੋਇਆ, ਸਿੱਖ ਇਤਿਹਾਸ ਹੀ ਨਾ ਕਹੀਏ ਸਗੋਂ ਭਾਰਤ ਦੇ ਇਤਿਹਾਸ ਦੇ ਵਿੱਚ ਬਹੁਤ ਵੱਡਾ ਨਾਂ ਹੋਇਆ ਲੱਖੀ ਸ਼ਾਹ ਵਣਜਾਰਾ। ਉਹਨਾਂ ਨਾਲ ਸੰਬੰਧਿਤ ਵੀਰ ਜੀ ਹੁਣਾਂ ਨੇ ਸਰਦਾਰ ਜਗਸੀਰ ਸਿੰਘ ਚੀਮਾ ਜੀ ਨੇ ਖੋਜ ਕੀਤੀ ਆ। ਇਸ ਵਕਤ ਅਸੀਂ ਬਰਨਾਲੇ ਜ਼ਿਲ੍ਹੇ ਦੇ ਵਿੱਚ ਆ ਨਾ ਜੀ, ਤੇ ਸਾਡੇ ਨਾਲ ਸਰਦਾਰ ਸਾਹਿਬ ਨੇ ਇਹਨਾਂ ਨੇ ਕਾਫੀ ਖੋਜ ਕੀਤੀ ਆ, ਫਾਰਸੀ ਸਰੋਤਾਂ ਤੋਂ ਵੀ ਜਾਣਕਾਰੀ ਲਈ ਆ ਤੇ ਤੁਹਾਡੇ ਸੁਣਨ ਵਾਲੀ ਗੱਲ ਹੋਊਗੀ। ਹੋ ਸਕਦਾ ਬਹੁਤ ਸਾਰੀਆਂ ਨਵੀਆਂ ਗੱਲਾਂ ਪਤਾ ਲੱਗਣ ਤੇ ਉਹਨਾਂ ਦੀ ਕੁਰਬਾਨੀ ਵੀ ਬਹੁਤ ਵੱਡੀ ਸੀ। ਸਰ ਸਵਾਗਤ ਹੈ ਜੀ ਤੁਹਾਡਾ। ਜੀ ਆਇਆਂ ਤੁਹਾਡੀ, ਮਿਹਰਬਾਨੀ। ਤੇ ਗੱਲ ਉਹ ਆ ਵੀ ਲੱਖੀ ਸ਼ਾਹ ਵਣਜਾਰਾ ਜੀ ਬਾਰੇ ਅਸੀਂ ਇੰਨਾ ਕੀ ਹੀ ਸੁਣਦੇ ਆ। ਉਹ ਇੱਕ ਵਪਾਰੀ ਸੀ। ਉਹਨਾਂ ਨੇ ਕਹਿੰਦੇ ਆਪਦੇ ਘਰ ਦੇ ਵਿੱਚ ਗੁਰੂ ਸਾਹਿਬ ਦੀ ਦੇਹ ਨੂੰ ਲਿਆ ਕੇ ਸੰਸਕਾਰ ਕੀਤਾ, ਹਨਾ, ਅੰਤਮ ਜੋ ਰਵਾਇਤਾਂ ਦੇ ਅਨੁਸਾਰ ਜੋ ਕਰ ਸਕੇ ਉਹ ਕੀਤਾ। ਇੱਥੋਂ ਤੱਕ ਹੀ ਜਾਣਦੇ ਆ। ਉਦੋਂ ਬਾਅਦ ਚ ਉਹਦੇ ਪਰਿਵਾਰ ਦਾ ਕੀ ਬਣਿਆ, ਪਹਿਲਾਂ ਕਿਵੇਂ ਗੁਰੂ ਸਾਹਿਬ ਦੇ ਪਰਿਵਾਰ ਨਾਲ ਸੰਬੰਧ ਸੀ, ਕਿੰਨਾ ਕੁ ਤਕੜਾ ਉਹ ਅਮੀਰ ਵਪਾਰੀ ਸੀ, ਇਹ ਗੱਲਾਂ ਨਹੀਂ ਪਤਾ ਲੱਗਦੀਆਂ ਕਈ ਵਾਰੀ, ਹਨਾ। ਅੱਜ ਸਾਨੂੰ ਉਹ ਦੱਸੋ ਵੀ ਉਹ ਕਰਦੇ ਕੀ ਸੀਗੇ ਲੱਖੀ ਸ਼ਾਹ ਵਣਜਾਰਾ ਜੀ? ਸਿੱਧ ਸਾਹਿਬ ਅਸਲ ਦੇ ਵਿੱਚ ਜਿਹੜਾ ਭਾਰਤੀ ਤਾਣਾ ਬਾਣਾ ਨਾ ਜੀ, ਭਾਰਤੀ ਤਾਣੇ ਬਾਣੇ ਦੇ ਵਿੱਚ ਕੁਝ ਕੌਮਾਂ ਇਹੋ ਜਿਹੀਆਂ ਹੈਗੀਆਂ ਵਸ ਰਹੀਆਂ ਨੇ ਜਿਹੜੀਆਂ ਇਤਿਹਾਸ ਦੇ ਪੰਨਿਆਂ ਤੋਂ ਅਲੋਪ ਹੋ ਗਈਆਂ ਜੀ। ਉਹ ਕਾਰਨ ਕੀ ਸੀ? ਕੁਝ ਮੁਗਲਾਂ ਦੀਆਂ ਬੰਦਿਸ਼ਾਂ, ਕੁਝ ਅੰਗਰੇਜ਼ਾਂ ਦੀਆਂ ਬੰਦਿਸ਼ਾਂ। ਉਹਦੇ ਕਾਰਨ ਜਦੋਂ ਆਪਾਂ ਉਹਨਾਂ ਦੇ ਪਰਿਵਾਰਕ ਪਿਛੋਕੜ ਬਾਰੇ ਜਾਂ ਉਹਨਾਂ ਦੇ ਜੀਵਨ ਬਾਰੇ ਖੋਜ ਕੀਤੀ ਹੈ, ਉਹ ਪਤਾ ਲੱਗਿਆ ਕਿ ਅੱਜ ਮੌਜੂਦਾ ਹਾਲਾਤ ਨੇ ਜਿਹੜੇ ਉਹਨਾਂ ਦੀ ਪਰਿਵਾਰਕ ਦੇ ਕੁਝ ਪਤਾ ਨਹੀਂ ਲੱਗਦੇ। ਤਾਂ ਜਦੋਂ ਪਿਛੋਕੜ ਦੇ ਵਿੱਚ ਅਸੀਂ ਜਾਂਦੇ ਹਾਂ, ਬਾਬਾ ਲੱਖੀ ਸ਼ਾਹ ਵਣਜਾਰਾ ਜੀ ਜਿੰਨਾ ਕੁ ਮੈਂ ਇਤਿਹਾਸ ਦੇ ਵਿੱਚ ਖੋਜ ਕੀਤੀ ਹੈ ਕਿ ਉਹ ਇੱਕ ਗੌਰ ਸਮਾਜ ਹੋਇਆ ਜਿਹਦੇ ਵਿੱਚ ਉਹ ਪਲੇ ਪੈਦਾ ਹੋਏ ਤੇ ਜੰਮੇ ਸੀ। ਤਾਂ ਉਹ ਗੌਰ ਸਮਾਜ ਅੱਜ ਦੇ ਹਾਲਾਤਾਂ ਅਨੁਸਾਰ ਕੁਝ ਹੋਰ ਜੀਵਨ ਢਾਲ ਗਿਆ। ਪਿਤਾ ਗੋਦੂ ਜੀ ਦੇ ਗ੍ਰਹਿ ਵਿਖੇ ਦਾਦਾ ਠਾਕਰਦਾਸ ਦੀ ਵੰਸ਼ ਦੇ ਵਿੱਚ ਜਦੋਂ ਵਾਧਾ ਹੋਇਆ ਤਾਂ ਲੱਖੀ ਸ਼ਾਹ ਉਹਨਾਂ ਦਾ ਪਰਿਵਾਰ ਦਾ ਨਾਮ ਰੱਖਿਆ ਜੀ। ਲੱਖੀ ਸ਼ਾਹ ਨੂੰ ਜਿਹੜਾ ਆਪਣਾ ਕੰਮ ਸੀ ਉਹ ਪੀੜ੍ਹੀ ਦਰ ਪੀੜ੍ਹੀ ਤੌਰ ਤੇ ਮਿਲਿਆ। ਉਹਨਾਂ ਦਾ ਪਰਿਵਾਰ ਸੀ ਜਿਹੜਾ, ਪਰਿਵਾਰ ਦੇ ਵਿੱਚ ਜਦੋਂ ਆਪਾਂ ਖੋਜ ਕੀਤੀ ਤਾਂ ਪਤਾ ਲੱਗਿਆ ਕਿ ਗੁਰੂ ਨਾਨਕ ਪਾਤਸ਼ਾਹ ਸੀ ਜਿਹੜੇ, ਉਹ ਉਹਨਾਂ ਦੇ ਕਾਫਲੇ ਰਾਹੀਂ ਆਪਣੀਆਂ ਉਦਾਸੀਆਂ ਆਰੰਭੀਆਂ ਜੀ। ਉਦਾਸੀਆਂ ਆਰੰਭਣ ਦੇ ਕਰਕੇ ਉਹਨਾਂ ਦਾ ਜਿਹੜੇ ਬਜ਼ੁਰਗਾਂ ਦਾ ਜਿਹੜਾ ਸਾਥ ਸੀਗਾ ਗੁਰੂ ਨਾਨਕ ਦਰਬਾਰ ਰਾਹੀਂ ਪਿਆ ਜੀ। ਤੇ ਮਾਝ ਦੇ ਵਿੱਚ ਮਾਤਾ ਕੰਤੋ ਬਾਈ ਜੀ ਦੇ ਨਾਲ ਉਹਨਾਂ ਦੀ ਸ਼ਾਦੀ ਹੋਈ। ਉਹਨਾਂ ਦੀ ਕੁੱਖੋਂ 8 ਬੱਚੇ ਤੇ ਇੱਕ ਬੇਟੀ ਨੇ ਜਨਮ ਲਿਆ ਜੀ। ਉਹਨਾਂ ਦੀ ਬੇਟੀ ਮਾਤਾ ਸੀਤੋ ਬਾਈ ਭਾਈ ਮਨੀ ਸਿੰਘ ਜੀ ਨੂੰ ਵਿਆਹੀ ਹੋਈ ਸੀਗੀ। ਅੱਛਾ, ਹਾਂਜੀ। ਤੇ ਉਹ ਭਾਈ ਮਨੀ ਸਿੰਘ ਦਾ ਪਰਿਵਾਰ ਵੀ ਇੱਕ ਬਹੁਤ ਰਈਸ ਪਰਿਵਾਰ ਸੀਗਾ, ਜਿਹੜੇ ਉਹਨਾਂ ਦੇ ਦਾਦਾ ਜੀ ਬੱਲੂ ਰਾਏ ਵੀ 6ਵੇਂ ਪਾਤਸ਼ਾਹੀ ਦੇ ਨਾਲ ਜੁੜੇ ਹੋਏ ਸੀਗੇ। ਤਾਂ ਇਸ ਕਰਕੇ ਉਸਦੇ ਜਿਹੜੇ ਮਤਲਬ 8 ਬੱਚੇ ਸੀਗੇ ਉਹ ਵੀ ਇੱਕ ਸਦਗੁਣਾਂ ਦੇ ਧਾਰਨੀ ਤੇ ਗੁਰੂ ਘਰ ਨੂੰ ਪਰਨਾਏ ਹੋਏ ਸੀਗੇ ਜੀ। ਤੇ ਇੱਥੋਂ ਤੱਕ ਪਤਾ ਲੱਗਦਾ ਹੈ ਕਿ ਜਿਹੜੇ ਬਾਬਾ ਲੱਖੀ ਸ਼ਾਹ ਵਣਜਾਰਾ ਜੀ ਦੀ ਮਤਲਬ ਗੋਤਰ ਸੀ ਉਹਨਾਂ ਦਾ, ਉਹ ਵਰਤੀਆ ਘਨੌਤ 8 ਸਾਉਣ ਸੰਮਤ 1637 ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਜਿਹੜੇ ਇਤਿਹਾਸ ਨੇ ਭੱਟ ਸਰੋਤ ਸੀ ਜਿਹੜੇ ਉਸ ਵਕਤ ਰਾਜੇ ਮਹਾਰਾਜਿਆਂ ਦੇ ਜਿਹੜੇ ਗੁਣ ਗਾਨ ਕਰਨ ਵਾਲੇ ਭੱਟ ਸੀਗੇ, ਉਹ ਭੱਟ ਵਈਆਂ ਤੋਂ ਜਿਹੜੇ ਸਰੋਤ ਪ੍ਰਾਪਤ ਹੋਏ ਨੇ ਕਿ 8 ਸਾਉਣ 1637 ਈਸਵੀ ਯਾਨੀ ਕਿ 1580 ਨੂੰ ਉਹਨਾਂ ਦਾ ਜਨਮ ਹੋਇਆ। 1580 ਚ ਜਨਮ ਹੋਇਆ ਹੈ ਲੱਖੀ ਸ਼ਾਹ ਵਣਜਾਰਾ ਜੀ ਦਾ। ਜੀ ਜੀ ਜੀ, ਠੀਕ ਆ। ਤੇ ਉਸ ਤੋਂ ਬਾਅਦ ਫਿਰ ਗੱਲ ਆਉਂਦੀ ਪਰਿਵਾਰ ਕਿੱਤਾ ਕੀ ਕਰਦੇ ਸੀ ਇਹ? ਹਾਂ, ਇੱਕ ਤਾਂ ਤਕੜੇ ਹੋਣਗੇ ਜਿਸ ਹਿਸਾਬ ਤੇ, ਕਿਉਂਕਿ ਉਹ ਹਾਲਾਤ ਜਿਸ ਹਿਸਾਬ ਦੇ ਸਾਨੂੰ ਪਤਾ ਲੱਗਦਾ ਵੀ ਪੈਸੇ ਪੱਖੋਂ ਤਕੜੇ ਹੋਣਗੇ ਬੰਦੇ। ਹਾਂ ਸਿੱਧੂ ਸਾਹਿਬ, ਜਿਹੜੀ ਗੱਲ ਹੈ ਅੱਜ ਤੱਕ ਜਿਹੜੀ ਉੱਘੜ ਕੇ ਆਈ ਹੈ ਕਿ ਅਸੀਂ ਇੰਨਾ ਕੀ ਜਾਣਦੇ ਹਾਂ ਕਿ ਉਹਨਾਂ ਨੇ 9ਵੇਂ ਪਾਤਸ਼ਾਹੀ ਦਾ ਸੰਸਕਾਰ ਕੀਤਾ ਸੀ, ਆਪਣੀ ਛੰਨ ਨੂੰ ਅੱਗ ਲਾ ਦਿੱਤਾ ਗਿਆ ਕਿ ਇੱਕ ਛੰਨ ਤੱਕ ਸੀਮਤ ਰੱਖਿਆ ਗਿਆ ਇਤਿਹਾਸ ਦੇ ਵਿੱਚ। ਪਰੰਤੂ ਜਦੋਂ ਅਸੀਂ ਉਹਨਾਂ ਦੇ ਕਿੱਤੇ ਬਾਰੇ ਗੱਲ ਕਰਦੇ ਹਾਂ ਤਾਂ ਉਹਨਾਂ ਦਾ ਜਿਹੜਾ ਪੂਰਵਕਾਲੀ ਤੇ ਸਮਕਾਲੀ, ਜਦੋਂ ਅਸੀਂ ਰੋਮੀਲਾ ਥਾਪਰ ਨੂੰ ਪੜ੍ਹਿਆ ਪ੍ਰਾਚੀਨ ਭਾਰਤ ਦੇ ਵਿੱਚ, ਜਾਂ ਇਰਫਾਨ ਹਰਬੀਬ ਹੋਏ ਨੇ ਡਾਕਟਰ ਸਾਹਿਬ, ਉਹਨਾਂ ਨੇ ਮੱਧਕਾਲੀਨ ਦੇ ਵਿੱਚ ਕਾਫੀ ਖੋਜ ਕੀਤੀ। ਜਦੋਂ ਪਤਾ ਲੱਗਿਆ ਕਿ ਉਹਨਾਂ ਦਾ ਜਿਹੜਾ ਵਪਾਰ ਸੀਗਾ ਇੱਕ ਬਹੁਤ ਵੱਡਾ ਵਪਾਰ ਸੀਗਾ ਉਹਨਾਂ ਦੇ ਪਰਿਵਾਰ ਦਾ। ਸਰਕਾਰੀ ਠੇਕੇਦਾਰ ਸੀਗੇ ਉਹ ਜੀ। ਹਾਂਜੀ, ਲਿਖਤ ਤੌਰ ਤੇ ਗਿਆ ਚੂਨੇ ਦਾ ਵਪਾਰ ਕਰਦੇ ਸੀ, ਚੂਨੇ ਦੇ ਸਰਕਾਰੀ ਠੇਕੇਦਾਰ ਸੀਗੇ ਜੀ। ਉਹਨਾਂ ਦਾ ਗਲਬਾ ਸੰਸਾਰ ਦਾ ਜੀ ਇੰਨਾ ਵੱਡਾ ਸੀਗਾ ਕਿ ਉਹ ਮੁਗਲ ਫੌਜਾਂ ਨੂੰ ਜੀ ਹਥਿਆਰ ਤੇ ਰਸਦ
ਜੀ ਸਪਲਾਈ ਕਰਦੇ ਸੀਗੇ ਜੀ। ਜਦੋਂ ਉਹਨਾਂ ਦਾ ਜਿਹੜਾ ਖਾਨਦਾਨ ਹੈ, ਮੁਗਲਾਂ ਨੇ ਉਹਨੂੰ ਵਣਜਾਰਾ ਦਾ ਨਾਮ ਦਿੱਤਾ ਕਿਉਂਕਿ ਵਣਜ ਦਾ ਕੰਮ ਕਰਦੇ ਸੀ ਜੀ। ਹਾਂਜੀ, ਤਾਂ ਉਹਨਾਂ ਨੇ ਵਣਜਾਰਾ ਉਹਨਾਂ ਦਾ ਨਾਮ ਰੱਖਤਾ, ਕਬੀਲੇ ਦਾ ਨਾਮ ਵਣਜਾਰਾ ਰੱਖ ਦਿੱਤਾ। ਜਦੋਂ ਅਸੀਂ ਫਿਰ ਵਣਜਾਰਿਆਂ ਦੇ ਇਤਿਹਾਸ ਬਾਰੇ ਖੋਜ ਕੀਤੀ, ਪਤਾ ਲੱਗਿਆ ਕਿ ਜਿਹੜੇ ਵਣਜਾਰਿਆਂ ਦਾ ਵਪਾਰ ਸੀ ਉਸ ਵਕਤ ਭਾਰਤ ਦੇ ਵਿੱਚ ਵਪਾਰ ਸੀਗਾ, ਉਹ 10,000 ਗੱਡਿਆਂ ਤੋਂ 20,000 ਗੱਡੇ ਇੱਕ ਸਮੇਂ ਦੇ ਵਿੱਚ ਚੱਲਦੇ ਸੀਗੇ। ਅੱਛਾ। ਹਾਂ, ਫਰਾਂਸੀਸੀ ਸੈਲਾਨੀ ਆਇਆ ਭਾਰਤ ਦੇ ਵਿੱਚ 17ਵੀਂ ਸਦੀ ਦੇ ਵਿੱਚ, ਟਰੈਵਲੀਅਰ, ਜਿਨ੍ਹਾਂ ਨੇ ਉਸ ਵਕਤ ਮੌਕੇ ਦੇ ਹਾਲਾਤ ਦੇਖ ਕੇ ਕਹਿੰਦੇ ਵੀ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਕਿ 20,000 ਗੱਡਿਆਂ ਤੋਂ ਲੈ ਕੇ 40,000 ਗੱਡਿਆਂ ਦਾ ਵੀ ਕਾਫਲਾ ਹੋ ਜਾਂਦਾ ਸੀਗਾ। ਤੇ ਉਹਨੂੰ ਦੇਖਣ ਦੇ ਲਈ ਕਹਿੰਦੇ ਜਿਸ ਤਰ੍ਹਾਂ ਮਤਲਬ ਮਾਲ ਰੇਲ ਗੱਡੀ ਆਪਾਂ ਕਾਫੀ ਡੱਬੇ ਗਿਣਦੇ ਆ, ਉਹ ਘੰਟਾ ਲੱਗ ਜਾਂਦਾ ਸੀ ਉਹਨਾਂ ਨੂੰ ਗੱਡਿਆਂ ਨੂੰ ਲੰਘਣ ਦੇ ਲਈ। ਤਾਂ ਬੜਾ ਇੱਕ ਆਸ਼ਚਰਜਨਕ ਉਹਨਾਂ ਨੇ ਦੱਸਿਆ। ਉਹਨਾਂ ਗੱਡਿਆਂ ਦੇ ਨਾਲ 4-4 ਬੰਦੇ ਨਿੱਜੀ ਸੈਨਾ ਹੁੰਦੀ ਸੀਗੀ ਕਿਉਂਕਿ ਰਸਤੇ ਸੀ ਜਿਹੜੇ ਉਸ ਵਕਤ ਬੜੇ ਕੱਚੇ ਰਸਤੇ ਸੀਗੇ ਜਾਂ ਸੁੰਨਸਾਨ ਰਸਤੇ ਸੀਗੇ। ਉਹਨਾਂ ਦੀ ਹਿਫਾਜ਼ਤ ਦੇ ਲਈ ਫਿਰ ਉਹਨਾਂ ਨੂੰ ਨਿੱਜੀ ਸੈਨਾ ਰੱਖਣੀ ਪੈਂਦੀ ਸੀ, ਜੋ ਕਿ ਇਤਿਹਾਸ ਦੇ ਵਿੱਚ ਵਣਜਾਰਾ ਸੈਨਾ ਦੇ ਨਾਂ ਨਾਲ ਜਾਣੀ ਗਈ ਹੈ। ਮਤਲਬ ਮੁਗਲਾਂ ਨੇ ਉਹਨਾਂ ਨੂੰ ਸੈਨਾ ਵੀ ਇੱਕ ਦਿੱਤੀ ਸੀ, ਭਾਈ ਤੂੰ ਰੱਖ ਸਕਦਾ। ਹਾਂਜੀ, ਕਿਉਂਕਿ ਉਹ ਹਥਿਆਰ ਵੀ ਸਪਲਾਈ ਕਰਦੇ ਸੀ ਉਸ ਦੇ ਕਾਰਨ, ਕਿਉਂਕਿ ਡਾਕੂ ਲੁਟੇਰੇ ਸੀ ਜਿਹੜੇ ਵੀ ਕਿਤੇ ਰਸਤੇ ਦੇ ਵਿੱਚ ਉਹ ਹਥਿਆਰ ਲੁੱਟ ਨਾ ਲੈਣ, ਤਾਂ ਉਹਨਾਂ ਨੂੰ ਮਤਲਬ ਖੁੱਲ੍ਹ ਸੀਗੀ ਕਿ ਉਹ ਆਪਣੇ ਪਰਸਨਲੀ ਸੈਨਾ ਵੀ ਰੱਖ ਸਕਦੇ ਸੀਗੇ। ਮੈਂ ਦੇਖਿਆ ਵੀ ਜਿਵੇਂ ਤੁਸੀਂ ਜਨਮ ਦੱਸਿਆ 1580 ਦੇ ਵਿੱਚ ਨਾ ਜੀ ਤੇ 1675 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਦਿੰਦੇ ਨੇ। ਤਕਰੀਬਨ 95 ਕੁ ਸਾਲ ਦੀ ਉਮਰ ਹੋਊਗੀ ਉਸ ਸਮੇਂ, ਹੈ ਨਾ ਇਹਨਾਂ ਦੀ? ਹਾਂਜੀ, ਬਿਲਕੁਲ ਕਾਫੀ ਵੱਡੀ ਉਮਰ ਦੇ ਵਿੱਚ ਸੀ ਉਸ ਵਕਤ। ਹਾਂ, ਇਹ ਜਿਹੜਾ ਸਾਥ ਹੋਇਆ ਇਹਨਾਂ ਦੇ ਪਰਿਵਾਰ ਦਾ, ਤਕਰੀਬਨ ਜਿਹੜੀ ਜ਼ਿਆਦਾ ਨੇੜਤਾ ਬਣੀ ਜਦੋਂ 6ਵੇਂ ਪਾਤਸ਼ਾਹੀ 1619 ਈਸਵੀ ਦੇ ਵਿੱਚ ਗਵਾਲੀਅਰ ਦੇ ਕਿਲੇ ਵਿੱਚ ਨਜ਼ਰਬੰਦ ਹੋਏ, 6ਵੇਂ ਪਾਤਸ਼ਾਹ ਜੀ। ਤਾਂ ਉਸ ਵਕਤ ਜਿਹੜੇ ਜੇਲਰ ਸੀਗੇ, ਜਿਹਨੂੰ ਦਰੋਗਾ ਕਿਹਾ ਜਾਂਦਾ ਫੋਰਸ ਤੇ, ਤਾਂ ਆਪਾਂ ਜੇਲਰ ਕਹਾਂਗੇ, ਉਹ ਜੇਲਰ ਸੀਗੇ, ਉਹ ਹਰੀਦਾਸ ਜੀ ਸੀਗੇ। ਉਹ ਹਰੀਦਾਸ ਇਹਨਾਂ ਦੇ ਚਚੇਰੇ ਭਰਾ ਸੀ ਜੀ, ਜੋ ਗਵਾਲੀਅਰ ਦੇ ਕਿਲੇ 'ਚ ਗਵਾਲੀਅਰ ਦੇ ਕਿਲੇ ਵਿੱਚ ਜੀ। ਇੱਕ ਦਰਸ਼ਕਾਂ ਨੂੰ ਛੋਟੀ ਜਿਹੀ ਮੈਂ ਬੇਨਤੀ ਕਰਦੇ ਆ, ਗਵਾਲੀਅਰ ਦੇ ਇਤਿਹਾਸ ਨਾਲ ਸੰਬੰਧਿਤ ਵੀਡੀਓ ਆਪਾਂ ਚੈਨਲ ਤੇ ਕਿਲੇ ਦੇ ਵਿੱਚ ਪਾਈ ਹੋਈ ਆ। ਕਿਲਾ ਤੁਸੀਂ ਸਰਚ ਕਰਕੇ ਵੇਖ ਸਕਦੇ ਹੋ, ਗਵਾਲੀਅਰ ਫੋਰਟ ਨਾਲ ਹਰਪ੍ਰੀਤ ਸਿੱਧੂ ਲੈ ਕੇ, ਤੁਹਾਨੂੰ ਉਹ ਜਾਣਕਾਰੀ ਵੀ ਨਾਲ ਹੀ ਆ ਜੂਗੀ। ਹਾਂਜੀ। ਤਾਂ ਗੁਰੂ ਸਾਹਿਬ ਜਦੋਂ ਰਿਹਾ ਹੋ ਕੇ ਆਏ ਸੀਗੇ, ਉਸ ਵਕਤ ਹਰੀਦਾਸ ਜੀ ਦੇ ਗ੍ਰਹਿ ਵਿਖੇ ਵੀ ਰਹੇ ਉਹਨਾਂ ਨੂੰ। ਮੁਹਸਿਨ ਫਾਨੀ ਹੋਇਆ ਜਿਨ੍ਹਾਂ ਨੇ ਦਬਿਸਤਾਨ ਲਿਖੀ ਹੈ ਕਿਤਾਬ ਫਾਰਸੀ ਦੇ ਵਿੱਚ, ਉਹਨਾਂ ਨੇ ਇੱਥੋਂ ਤੱਕ ਜ਼ਿਕਰ ਕੀਤਾ ਹੋਇਆ ਕਿ ਉਸ ਵਕਤ ਵਣਜਾਰੇ ਤੇ ਗੁਰੂ ਦੇ ਸਿੱਖ ਵੀ ਆਉਂਦੇ ਸੀਗੇ ਕਿ ਉਹ ਕੰਧਾਂ ਨੂੰ ਮੱਥਾ ਟੇਕ ਕੇ ਜਾਂਦੇ ਹੁੰਦੇ ਸੀਗੇ, ਕੰਧਾਂ ਨੂੰ ਮੱਥਾ ਟੇਕ ਕੇ ਮੁੜਦੇ ਰਹੇ, ਸਾਖੀ ਪੜ੍ਹੀ ਅਕਸਰ। ਹਾਂਜੀ। ਤਾਂ ਉੱਥੋਂ ਪਰਿਵਾਰ ਦਾ ਜ਼ਿਆਦਾਤਰ ਮਿਲਾਪ ਗੁਰੂ ਸਾਹਿਬ ਨਾਲ ਜੁੜ ਗਿਆ। ਉਸ ਤੋਂ ਬਾਅਦ ਉਹਨਾਂ ਦੇ ਤਕਰੀਬਨ ਪਰਿਵਾਰ ਦੇ ਕਈ ਜਿਹੜੇ 6ਵੇਂ ਪਾਤਸ਼ਾਹੀ ਦੇ ਨਾਲ ਲੜਾਈਆਂ ਲੜੀਆਂ ਉਹਨਾਂ ਨੇ ਜੀ। ਹੌਲੀ ਇਹ ਸਾਂਝ ਪਹਿਲੇ ਗੁਰੂ ਤੋਂ ਸ਼ੁਰੂ ਹੋ ਕੇ 9ਵੇਂ ਨਾਨਕ ਤੱਕ ਪਹੁੰਚ ਚੁੱਕੀ ਸੀ ਜੀ। 9ਵੇਂ ਨਾਨਕ ਤੱਕ ਆਉਂਦਿਆਂ ਜਦੋਂ ਗੁਰੂ ਤੇਗ ਬਹਾਦਰ ਜੀ ਮਾਲਵੇ ਦੌਰੇ ਤੇ ਆਏ ਜੀ, ਮਾਲਵੇ ਦੌਰੇ ਤੇ ਜ਼ਿਆਦਾਤਰ ਗੁਰੂ ਸਾਹਿਬ ਦਾ ਜਿਹੜਾ ਪੜਾਅ ਸੀਗਾ ਸੈਫਾਬਾਦ ਸੀਗਾ, ਜਿਹਨੂੰ ਬਹਾਦਰਗੜ੍ਹ ਕਿਹਾ ਜਾਂਦਾ, ਪਟਿਆਲੇ ਕੋਲੇ ਜੀ। ਬਹਾਦਰਗੜ੍ਹ ਜਦੋਂ ਉਹਨਾਂ ਨੇ ਡੇਰਾ ਲਾਇਆ ਹੋਇਆ ਸੀਗਾ, ਤਾਂ ਉਸ ਵਕਤ ਉੱਥੇ ਨਾਲ ਹੀ ਫਤਿਹਗੜ੍ਹ ਤੋਂ ਜਦੋਂ ਆਪਾਂ ਰਾਜਪੁਰੇ ਨੂੰ ਜਾਂਦੇ ਹਾਂ, ਉੱਥੇ ਸਰਾਏ ਬੰਜਾਰਾ ਪਿੰਡ ਹੈ ਜੀ। ਉੱਥੇ ਉਹਨਾਂ ਦਾ ਇੱਕ ਪੜਾਅ ਸਟੇਸ਼ਨ ਸੀਗਾ, ਜਿੱਥੇ ਅੱਜ ਵੀ ਉਹਨਾਂ ਦਾ ਕਿਲਾ ਸਰਾਂ ਬਣੀ ਹੋਈ ਹੈ ਜੀ। ਉੱਥੇ ਰਹਿੰਦਿਆਂ ਕਰਦਿਆਂ ਉਹਨਾਂ ਦਾ ਇੱਕ ਬਲਦ ਗੁਆਚ ਗਿਆ ਜੀ। ਹਾਂ, ਬਲਦ ਬੜਾ ਪਿਆਰਾ ਹੋਣਾ। ਕਈ ਵਾਰੀ ਅਸੀਂ ਪਰਿਵਾਰ ਦੇ ਵਿੱਚ ਕੋਈ ਕੁੱਤੇ ਜਿਵੇਂ ਪਾਲਦੇ ਆ ਜਾਂ ਕੋਈ ਮੱਝਾਂ ਗਾਵਾਂ ਪਾਲਦੇ, ਕਈ ਵਾਰੀ ਜ਼ਿਆਦਾ ਲਗਾਅ ਹੁੰਦਾ, ਉਹ ਬਲਦ ਪਿਆਰਾ ਗੁਆਚ ਗਿਆ ਤੇ ਬੜੀ ਕੋਸ਼ਿਸ਼ ਦੇ ਨਾਲ ਮਤਲਬ ਮਿਲਿਆ ਨਾ। ਤਾਂ ਉਹਨਾਂ ਨੇ ਕੀ ਕੀਤਾ ਕਿ ਗੁਰੂ ਸਾਹਿਬ ਨੂੰ ਮਨ ਦੇ ਮਨ ਅਰਦਾਸ ਕੀਤੀ ਕਿ ਸਾਡਾ ਬਲਦ ਮਿਲ ਜਾਵੇ, ਪਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹ ਬਲਦ ਅਚਾਨਕ ਮਿਲ ਗਿਆ। ਜਦੋਂ ਮਿਲਿਆ ਤਾਂ ਭਾਈ ਲੱਖੀ ਸ਼ਾਹ ਜੀ ਨੇ ਸੋਚਿਆ ਕਿ ਚਲੋ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਆਈਏ, ਤਾਂ ਉਹ ਗੁਰੂ ਸਾਹਿਬ ਦੀ ਭਾਲ ਦੇ ਵਿੱਚ ਚਲੇ ਬਹਾਦਰਗੜ੍ਹ ਗਏ। ਉੱਥੋਂ ਗੁਰੂ ਸਾਹਿਬ ਪਟਿਆਲੇ ਤੋਂ 10-15 ਕਿਲੋਮੀਟਰ ਤੇ ਕਿਤੇ ਹੋਰ ਸਟੇਸ਼ਨ ਦੇ ਵਿੱਚ ਪੜਾਅ ਕਰ ਰਹੇ ਸੀਗੇ ਜੀ। ਜਦੋਂ ਉੱਥੇ ਗੁਰੂ ਸਾਹਿਬ ਦੇ ਸਾਹਮਣੇ ਗਏ, ਦਰਸ਼ਨ ਕੀਤੇ, ਤਾਂ ਉਸ ਵਕਤ ਕੀ ਹੋਇਆ ਕਿ 9 ਮਨਸੂਰੀ ਟਕੇ ਗੁਰੂ ਸਾਹਿਬ ਨੂੰ ਭੇਂਟ ਕੀਤੇ ਬਾਬਾ ਲੱਖੀ ਸ਼ਾਹ ਜੀ ਨੇ। ਨਾਲ ਇਹ ਵੀ ਕਿਹਾ ਕਿ ਗੁਰੂ ਜੀ ਇਸ ਵਕਤ ਇੰਨੇ ਨੇ, ਕਦੇ ਫਿਰ ਸੇਵਾ ਦੇ ਲਈ ਫਿਰ ਹਾਜ਼ਰ ਹੋਵਾਂਗੇ ਜੀ।
ਗੁਰੂ ਸਾਹਿਬ ਬੜੇ ਮੁਸਕਰਾਏ ਉਹਨਾਂ ਨੌ ਮਨਸੂਰੀ ਟਕਿਆਂ ਨੂੰ ਦੇਖ ਕੇ। ਤਾਂ ਨੌ ਮਨਸੂਰੀ ਟਕੇ ਕੀ? ਹਾਂਜੀ, ਉਸ ਵਕਤ ਦੇ ਕੋਈ ਕਰੰਸੀ ਸੀ ਜੀ। ਹਾਂਜੀ, ਤਾਂ ਗੁਰੂ ਸਾਹਿਬ ਬੜੇ ਖੁਸ਼ ਹੋਏ ਉਸ ਵਕਤ। ਤਾਂ ਉਸ ਤੋਂ ਪਹਿਲਾਂ ਇਹਨਾਂ ਦਾ ਨਾਮ ਸੀ ਬਾਬਾ ਲੱਖੀ ਰਾਏ ਜੀ। ਤੇ ਤਾਂ ਗੁਰੂ ਸਾਹਿਬ ਨੇ ਜਦੋਂ ਮਨਸੂਰੀ ਟਕੇ ਦੇਖੇ ਕਹਿੰਦੇ ਇਹ ਮਨਸੂਰੀ 9 ਮਨਸੂਰੀ ਨਹੀਂ ਹੈਗੇ, ਇਹ ਤਾਂ 9 ਲੱਖ ਦੇ ਤੁਲਨੇ ਜੀ ਸਾਡੇ। ਤਾਂ ਉਸ ਵਕਤ ਉੱਥੇ ਤਕਰੀਬਨ ਹੁਣ ਉਹਨੂੰ ਉਸ ਧਰਤੀ ਨੂੰ 9 ਲੱਖ ਦਾ ਦਰਜਾ ਦਿੱਤਾ ਜੀ। ਤਾਂ ਉਹਨਾਂ ਦੀ ਯਾਦ ਦੇ ਵਿੱਚ ਅੱਜ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਜੀ। ਉੱਥੇ ਪਿੰਡ ਵੀ ਬਣਿਆ ਹੋਇਆ 9 ਲੱਖਾ ਪਿੰਡ ਜੀ। ਤਾਂ ਉੱਥੇ ਫਿਰ ਇਹਨਾਂ ਨੂੰ ਇਹਦਾ ਨਾਮ ਲੱਖੀ ਰਾਏ ਤੋਂ ਇਹਨਾਂ ਨੂੰ ਮਤਲਬ ਲੱਖੀ ਸ਼ਾਹ ਦਾ ਖਿਤਾਬ ਦਿੱਤਾ ਗੁਰੂ ਸਾਹਿਬ ਨੇ। ਸ਼ਾਹ, ਹਾਂਜੀ ਹਾਂਜੀ, ਲੱਖੀ ਸ਼ਾਹ ਵਣਜਾਰਾ ਹੋ ਗਏ। ਤਾਂ ਜਿਵੇਂ ਕਹਿੰਦੇ ਆ ਕਿ ਕਬੀਰ ਪਾਰਸ ਪਰਸਿਆਂ ਪਾਰਸ ਹੋਏ, ਤਾਂ ਗੁਰੂ ਸਾਹਿਬ ਨੇ ਮਤਲਬ ਇੱਕ ਸਮੁੰਦਰ ਦੇ ਨਾਲ ਰਲ ਕੇ ਬਾਬਾ ਲੱਖੀ ਸ਼ਾਹ ਵਣਜਾਰਾ ਵੀ ਅੱਜ ਸ਼ਾਹ ਦੇ ਤੌਰ ਤੇ ਜਾਣੇ ਜਾਂਦੇ ਹਨ। ਤੇ ਇਹਨਾਂ ਦੇ ਮਤਲਬ ਕਹਿ ਸਕਦੇ ਹਾਂ ਕਿ ਉਸ ਸਮੇਂ ਤਕੜੇ ਸੀ, ਵਪਾਰੀ ਵੀ ਸੀ, ਕਿਲੇ ਵਗੈਰਾ ਬਣਾਉਣ ਦਾ ਵੀ ਤੁਸੀਂ ਜ਼ਿਕਰ ਕਰਦੇ ਸੀ। ਹਾਂਜੀ, ਉਹ ਕੀ ਹੈ ਕਿ ਜਦੋਂ ਰੋਮੀਲਾ ਥਾਪਾ ਨੂੰ ਪੜਿਆ ਨਾ, ਤਾਂ ਉੱਥੇ ਇਹਨਾਂ ਨੇ ਕੀ ਸਰਕਾਰਾਂ ਸੀ ਜਿਹੜੀਆਂ ਉਸ ਵਕਤ ਇਹਨਾਂ ਨੂੰ ਇੱਕ ਵਿਸ਼ੇਸ਼ ਪੈਕੇਜ ਦਿੱਤਾ ਜਾਂਦਾ ਸੀ, ਅਨੁਦਾਨ ਲਿਖਿਆ ਹੋਇਆ ਵਿਸ਼ੇਸ਼ ਪੈਕੇਜ ਦਿੱਤਾ ਜਾਂਦਾ ਸੀ ਕਿ ਜਿਹੜੇ ਉਜੜੇ ਇਲਾਕੇ ਨੇ ਨਾ, ਉਹਨਾਂ ਉਜੜੇ ਹੋਏ ਇਲਾਕਿਆਂ ਨੂੰ ਵਸਾਉਣਾ ਇਹਨਾਂ ਬੰਜਾਰੇ ਕਬੀਲਿਆਂ ਦੀ ਜ਼ਿੰਮੇਵਾਰੀ ਸੀਗੀ। ਤਾਂ ਇਹ ਕਿਉਂਕਿ ਗੁਰੂ ਘਰ ਦੇ ਨਾਲ ਜੁੜੇ ਹੋਏ ਸੀਗੇ, ਪਰ ਉਪਕਾਰ ਦੇ ਲਈ ਇਹਨਾਂ ਨੇ ਕੀ ਕੀਤਾ, ਕਿਲਿਆਂ ਦੇ ਨਾਲ ਨਾਲ ਮਤਲਬ ਸੜਕਾਂ ਦੇ ਉੱਪਰ 5-5 4-4 ਮੀਲ ਦੀ ਵਿੱਥ ਤੇ ਕਈ ਖੂਹ ਬਣਵਾਏ। ਜਦੋਂ ਅਸੀਂ ਜਮਨਾ ਨਗਰ ਤੋਂ ਬਿਲਾਸਪੁਰ ਦੀਆਂ ਪਹਾੜੀਆਂ ਦੇ ਵਿੱਚ ਜਾਂਦੇ ਆ ਤਾਂ ਉੱਥੇ ਕਾਫੀ ਡੇਰੇ ਸਿੱਖਾਂ ਨੇ ਜਿਹੜੇ ਬਣਾਏ ਹੋਏ ਸੀ, ਗੁਰੂ ਸਾਹਿਬ ਵੀ ਉੱਥੇ ਕਾਫੀ ਵਿਚਰੇ ਨੇ। ਤਾਂ ਉੱਥੇ ਆਮ ਹੀ ਪਿੰਡਾਂ ਦੇ ਵਿੱਚ ਖੂਹ ਬਣੇ ਹੋਏ ਨੇ, ਅੱਜ ਵੀ ਮੌਜੂਦ ਨੇ। ਜਮਨਾ ਨਗਰ ਹਰਿਆਣੇ 'ਚ ਪੈ ਜਾਂਦਾ? ਹਾਂਜੀ ਹਾਂਜੀ, ਉਹ ਹਿਮਾਚਲ ਦੀਆਂ ਪਹਾੜੀਆਂ ਦੇ ਵਿੱਚ, ਹਰਿਆਣਾ ਤੇ ਹਿਮਾਚਲ ਦੀਆਂ ਪਹਾੜੀਆਂ ਦੇ ਵਿੱਚ, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸੇ ਦੇ ਨਾਂ ਤੇ ਰਾਜਧਾਨੀ ਬਣਾਈ ਸੀ। ਹਾਂਜੀ, ਰਾਜਧਾਨੀ ਬਣਾਈ ਸੀ, ਸਿੱਕੇ ਜਾਰੀ ਕੀਤੇ ਸੀ। ਉਹ ਵੀ ਕਿਲਾ ਇਹਨਾਂ ਦਾ ਬਣਾਇਆ ਹੋਇਆ। ਉੱਥੇ ਆਸੇ ਪਾਸੇ ਖੂਹ ਬਹੁਤ ਗਿਣਤੀ ਦੇ ਵਿੱਚ ਖੂਹ ਨੇ, ਮੈਂ ਦੇਖ ਕੇ ਵੀ ਆਇਆ ਉਹਨਾਂ ਨੂੰ। ਤਾਂ ਉਹ ਬਾਬਾ ਲੱਖੀ ਸ਼ਾਹ ਵਣਜਾਰੀ ਦੇ ਖੂਹ ਬਣਾਏ ਹੋਏ ਸੀਗੇ, ਸਰਾਵਾਂ ਬਣਾਈਆਂ ਬੜੇ ਪਰਉਪਕਾਰ ਦੇ। ਕਿਉਂਕਿ ਉਸ ਵਕਤ ਮੁਗਲਾਂ ਦਾ ਸਹਿਯੋਗ ਸੀ ਇਹਨਾਂ ਨੂੰ, ਗੁਰੂ ਘਰ ਦੇ ਨਾਲ ਜੁੜੇ ਹੋਣ ਕਰਕੇ ਇਹਨਾਂ ਨੇ ਇੱਕ ਸਮਾਜਿਕ ਤੌਰ ਤੇ ਸਮਾਜ ਸੇਵਾ ਵੀ ਕੀਤੀ ਕਿ ਸਰਾਵਾਂ ਬਣਾਈਆਂ, ਕਿਲੇ ਬਣਵਾਏ ਤੇ ਬੜਾ ਕੁਛ ਇਹਨਾਂ ਨੇ ਆਪਦੀ ਤਾਕਤ ਦੀ ਸਹੀ ਵਰਤੋਂ ਕੀਤੀ ਹਨਾ। ਜੇ ਆਪਾਂ ਢੁਕਵੇਂ ਸ਼ਬਦਾਂ 'ਚ ਗੱਲ ਕਰੀਏ ਤੇ ਇਹਨਾਂ ਦੀਆਂ ਗੁਰੂ ਘਰ ਲਈ ਸੇਵਾਵਾਂ ਬਹੁਤ ਨੇ। ਹਾਂਜੀ, ਤਾਂ ਜਦੋਂ ਫਿਰ ਨੌਵੇਂ ਨਾਨਕ ਸ਼ਾਹ ਨੂੰ, ਜਦੋਂ ਨਾਨਕ ਸ਼ਾਹ ਸਾਹਿਬ ਨੂੰ ਮੁਗਲ ਦਰਬਾਰ ਵੱਲੋਂ ਬੁਲਾਵਾ ਆਇਆ, ਦਿੱਲੀ ਮਤਲਬ ਉਹਨਾਂ ਨੂੰ ਗ੍ਰਿਫਤਾਰੀ ਦਾ ਬੁਲਾਵਾ ਆਇਆ, ਤਾਂ ਉਸ ਵਕਤ ਇਹਨਾਂ ਦੇ ਜੇ ਭਰਾ ਸੀਗੇ ਗੁਰਦਾਸ ਜੀ, ਉਹ ਵੀ ਨਾਲ ਸੀਗੇ, ਆਪਣਾ ਲੱਖੀ ਸ਼ਾਹ ਜੀ ਵਣਜਾਰਾ ਜੀ ਦੇ। ਹਾਂਜੀ 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 ਹਾਂਜੀ, ਧਮਧਾਨ ਸਾਹਿਬ ਤੋਂ ਜਦੋਂ ਗ੍ਰਿਫਤਾਰ ਕੀਤਾ ਉਹਨਾਂ ਨੂੰ, ਤਾਂ ਉਸ ਵਕਤ ਨਾਲ ਸੀਗੇ। ਫਿਰ ਨਵੰਬਰ ਦੇ ਵਿੱਚ ਜਦੋਂ ਗੁਰੂ ਸਾਹਿਬਾਂ ਨੂੰ ਮਤਲਬ ਸ਼ਹੀਦ ਕਰ ਦਿੱਤਾ ਗਿਆ, ਉਸ ਅਣਹੋਣੀ ਘਟਨਾ ਵਾਪਰ ਗਈ 1675 ਈਸਵੀ ਦੇ ਵਿੱਚ। ਉਸ ਵਕਤ ਇਹ ਨਾਰਨੌਲ ਤੋਂ ਚੂਨਾ ਲੈ ਕੇ ਆ ਰਹੇ ਸੀਗੇ। ਨਾਰਨੌਲ ਇਹ ਹਰਿਆਣੇ ਚ, ਹਰਿਆਣੇ ਦੇ ਵਿੱਚ। ਹਾਂਜੀ, ਉਧਰੋਂ ਕਿਉਂਕਿ ਰਾਜਸਥਾਨ ਦੇ ਵਿੱਚੋਂ ਹੀ ਚੂਨਾ ਨਿਕਲਦਾ ਸੀਗਾ ਤਕਰੀਬਨ, ਤਾਂ ਉਧਰੋਂ ਨਾਰਨੌਲ ਤੋਂ ਇਹ ਚੂਨਾ ਲੈ ਕੇ ਆ ਰਹੇ ਸੀਗੇ। ਜਦੋਂ ਦਿੱਲੀ ਦੀ ਸੰਗਤ ਨੇ ਬਾਬਾ ਜੀ ਨੂੰ ਮਿਲੇ, ਸਾਰੀ ਘਟਨਾਕ੍ਰਮ ਬਾਰੇ ਦੱਸਿਆ, ਪਤਾ ਚੱਲਿਆ ਕਿ ਇਸ ਤਰ੍ਹਾਂ ਹੋਣੀ ਘਟਨਾ ਵਾਪਰ ਗਈ ਹੈ। ਬਾਬਾ ਲੱਖੀ ਸ਼ਾਹ ਜੀ ਬੜੇ ਦੁਖੀ ਹੋਏ, ਕ੍ਰੋਧਿਤ ਵੀ ਹੋਏ ਕਿ ਇੰਨਾ ਕੁਝ ਵਾਪਰ ਗਿਆ, ਤੇ ਸਿੱਖ ਸੰਗਤ ਹੈ ਜਿਹੜੀ ਬੜੀ ਸ਼ਾਂਤ ਬੈਠੀ ਹੈ, ਉਹਨਾਂ ਦਾ ਧੜ ਹੈ ਜਿਹੜਾ ਉਸ ਮਤਲਬ ਉੱਪਰ ਦੇ ਵਿੱਚ ਪਿਆ ਰੁੜ ਰਿਹਾ, ਕੈਸਾ ਹਾਂਜੀ ਹਾਂਜੀ ਬੇਅਦਬੀ ਹੋ ਰਹੀ ਹੈ। ਤਾਂ ਕਿਉਂਕਿ ਉਸ ਵਕਤ ਕੀ ਸੀਗਾ, ਮੁਗਲਾਂ ਦਾ ਖੌਫ ਹੀ ਇੰਨਾ ਸੀਗਾ, ਕੋਈ ਹੀਆ ਨਹੀਂ ਕਰ ਰਿਹਾ ਸੀਗਾ। ਤੇ ਬਾਬਾ ਲੱਖੀ ਸ਼ਾਹ ਵਣਜਾਰਾ ਜੀ ਦੇ ਗ੍ਰਹਿ ਵਿਖੇ ਜਦੋਂ ਸਿੱਖ ਸੰਗਤ ਨੇ ਮੀਟਿੰਗ ਕੀਤੀ, ਇਕੱਤਰਤਾ ਕੀਤੀ, ਪਲੈਨਿੰਗ ਹੋਈ। ਪਲੈਨਿੰਗ ਦੇ ਨਾਲ ਕੀ ਹੋਇਆ ਕਿ ਜਿਹੜਾ ਕਾਫਲਾ ਸੀਗਾ ਗੱਡਿਆਂ ਦਾ, ਤਕਰੀਬਨ 10-20 ਹਜ਼ਾਰ ਗੱਡਿਆਂ ਦਾ ਕਾਫਲਾ ਸੀ, ਚੂਨੇ ਦਾ ਭਰਿਆ ਹੋਇਆ। ਤਾਂ ਉਹਨਾਂ ਨੇ ਸੋਚਿਆ ਕਿ ਉੱਥੋਂ ਜਿੱਥੇ ਗੁਰੂ ਸਾਹਿਬ ਦਾ ਧੜ ਪਿਆ ਸੀ, ਤਾਂ ਉੱਥੋਂ ਦੀ ਲੰਘਾਇਆ ਜਾਵੇ ਕਾਫਲਾ। ਹਾਂਜੀ, ਬਿਲ ਪਲਾਨ ਹੋ ਗਿਆ। ਇਸੇ ਤਰ੍ਹਾਂ ਬਾਬਾ ਜੈਤਾ ਜੀ ਤੇ ਭਾਈ ਊਦਾ ਜੀ, 2-3 ਬੰਦਿਆਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਕਿ ਜਦੋਂ ਇਸ ਤਰ੍ਹਾਂ ਪਲਾਨ ਹੋਊਗਾ ਤਾਂ ਤੁਸੀਂ ਸੀਸ ਨੂੰ ਚੱਕਣਾ ਹੈ,
ਤੇ ਬਾਬਾ ਲੱਖੀ ਸ਼ਾਹ ਨੇ ਆਪਣੇ ਗੱਡੇ ਦੇ ਵਿੱਚ ਮਤਲਬ ਭਰ ਲਈ, ਰੂਮ ਭਰ ਲਈ ਜੀ ਤੇ ਕਿ ਇਸ ਗੱਡੇ ਦੇ ਵਿੱਚ ਗੁਰੂ ਸਾਹਿਬ ਦਾ ਧੜ ਆਵੇਗਾ। ਅਸੀਸ ਬਾਬਾ ਜੱਤਾ ਜੀ ਨੇ ਚੱਕਿਆ ਹਾਂਜੀ ਹਾਂਜੀ ਤੇ ਧੜ ਲੱਖੀ ਸ਼ਾਹ ਵਣਜਾਰਾ ਜੀ ਆਪਦੇ ਘਰੇ ਲੈ ਗਏ, ਹੈ ਨਾ? ਹਾਂਜੀ ਹਾਂਜੀ ਕਿਉਂਕਿ ਸੀਸ ਤਾਂ ਪੰਜਾਬ ਆ ਗਿਆ ਸੀ ਗੁਰੂ ਸਾਹਿਬ ਕੋਲੇ। ਹਾਂ, ਹੋਇਆ ਉਸੇ ਘਟਨਾਕ੍ਰਮ ਦੇ ਵਿੱਚੋਂ ਹੀ ਹੈ ਜੀ। ਜਦੋਂ ਉੱਥੋਂ ਗੱਡੇ ਲੰਘੇ ਤਾਂ ਉਸ ਤਾਦਾਦ ਜ਼ਿਆਦਾ ਸੀਗੀ, ਬਿਲ ਪਲਾਨ ਸੀਗਾ ਗੁਰੂ ਸਾਹਿਬ ਦੀ ਜਿੱਥੇ ਸਰੀਰ ਪਿਆ ਸੀਗਾ ਤਾਂ ਉੱਥੋਂ ਚੱਕਿਆ ਗਿਆ, ਧੜ ਨੂੰ ਗੱਡਿਆਂ ਦੇ ਵਿੱਚ ਚੱਕ ਲੈ ਗਏ ਤੇ ਜਿਹੜਾ ਸੀਸ ਸੀਗਾ ਉਹ ਭਾਈ ਜੈਤਾ ਜੀ ਦੇ ਸਪੁਰਦ ਕਰ ਦਿੱਤਾ। ਭਾਈ ਜੈਤਾ ਜੀ ਇਕੱਲੇ ਨਹੀਂ ਚੱਕਣ ਗਏ ਸੀ ਜੀ, ਇਹ ਘਟਨਾ ਸਾਰੀ ਮਤਲਬ ਜਿਹੜਾ ਪਲਾਨ ਸੀਗਾ ਬਾਬਾ ਲੱਖੀ ਸ਼ਾਹ ਜੀ ਦਾ ਸੀਗਾ ਜੀ। ਹਾਂ, ਉਹਨਾਂ ਦੇ ਮਤਲਬ ਸਪੁਰਦ ਕਰ ਦਿੱਤਾ। ਚਲੋ ਨਾਲ ਸੀਗੇ ਬਾਬਾ ਜੈਤਾ ਜੀ, ਬੜੇ ਸੂਰਬੀਰ ਯੋਧੇ ਸੀਗੇ, ਨਾਲ ਸੀ ਉਹ, ਤੇ ਉਹਨਾਂ ਦੇ ਸਪੁਰਦ ਕਰ ਦਿੱਤਾ ਗਿਆ। ਤਾਂ ਉੱਥੋਂ ਜਦੋਂ ਆਏ ਚੱਕ ਕੇ ਜਦੋਂ ਕਾਫੀ ਗਰਦ ਗੁਬਾਰ ਚੜ ਗਿਆ, ਜਿਹੜੇ ਸਿਪਾਹੀ ਦੀ ਸਾਈਡਾਂ ਤੇ ਹੋ ਗਏ, ਕਿਉਂਕਿ ਇੱਕ ਚੂਨਾ ਸੀਗਾ, ਇੱਕ ਸ਼ਾਇਦ ਕੱਚੀਆਂ ਸੜਕਾਂ ਮਤਲਬ ਆਮ ਹੁੰਦਾ ਸੀਗਾ, ਗਰਦ ਗੁਬਾਰ ਹੋ ਗਿਆ। ਜਦੋਂ ਉੱਥੋਂ ਘਟਨਾਕ੍ਰਮ ਤੋਂ ਚਲਾ ਗਿਆ ਟਾਂਡਾ ਤਾਂ ਜਦੋਂ ਦੇਖਿਆ, ਸਿਪਾਹੀ ਨੇੜੇ ਆਏ, ਦੇਖਿਆ ਕਿ ਉੱਥੇ ਗੁਰੂ ਸਾਹਿਬ ਦਾ ਧੜ ਨਹੀਂ ਸੀ ਤੇ ਹਾਹਾਕਾਰ ਮਚ ਗਈ ਤੇ ਮਤਲਬ ਸਰਕਾਰੀ ਦਰਬਾਰੇ ਦੱਸਿਆ ਗਿਆ ਕਿ ਗੁਰੂ ਸਾਹਿਬ ਦਾ ਧੜ ਕਿੱਧਰ ਗਿਆ। ਪਹਿਲਾਂ ਤਾਂ ਕਿ ਇਹ ਸੋਚਿਆ ਗਿਆ ਕਿ ਸ਼ਾਇਦ ਇਹ ਗੁਰੂ ਸਾਹਿਬ ਕਰਾਮਾਤੀ ਧੜ ਚਲਾ ਗਿਆ। ਤਾਂ ਫਿਰ ਜਦੋਂ ਹੋਰ ਥੋੜੀ ਜਿਹੀ ਪੁਨਛਾਣ ਹੋਈ ਤਾਂ ਜਿਹੜੀ ਸੱਕ ਦੀ ਸੂਈ ਸੀ ਵਣਜਾਰਿਆਂ ਤੇ ਗਈ। ਉਸ ਵਕਤ ਕੀ ਕੀਤਾ, ਗੁਰੂ ਸਾਹਿਬ ਦਾ ਜਿਹੜਾ ਧੜ ਸੀਗਾ ਬਾਬਾ ਲੱਖੀ ਸ਼ਾਹ ਜੀ ਨੇ ਘਰ ਲਿਆ ਕੇ ਜਿਹੜੀਆਂ ਜਲਣ ਵਾਲੀਆਂ ਵਸਤਾਂ ਸੀਗੀਆਂ ਉਹ ਘਰ ਦੇ ਵਿੱਚ ਰੱਖ ਕੇ ਗੁਰੂ ਸਾਹਿਬ ਦੇ ਧੜ ਨੂੰ ਜਲਦੀ ਤੋਂ ਜਲਦੀ ਮਤਲਬ ਸੰਸਕਾਰ ਕਰ ਦਿੱਤਾ। ਉਹਨਾਂ ਨੂੰ ਇਸ਼ਨਾਨ ਕਰਾਇਆ ਗਿਆ, ਜਲਦੀ ਸੰਸਕਾਰ ਕਰਤਾ। ਇੰਨੇ ਨੂੰ ਕੀ ਹੋਇਆ ਕਿ ਜਿਹੜੀ ਮੁਗਲ ਸੈਨਾ ਸੀਗੀ ਉਹ ਵਣਜਾਰਿਆਂ ਦੀ ਜਿਹੜੀ ਪੁਨਛਾਣ ਕਰਦੀ ਹੋਈ, ਖੁਰਾ ਖੋਜ ਲੱਭਦੀ ਹੋਈ ਆਈ। ਉਹਨਾਂ ਨੂੰ ਪੁੱਛ ਗਿੱਛ ਕੀਤੀ ਗਈ, ਬੜੀ ਸਖਤਾਈ ਕੀਤੀ ਗਈ ਤੇ ਪਰ ਬਾਬਾ ਲੱਖੀ ਸ਼ਾਹ ਜੀ ਤੋਂ ਪੁੱਛਣ ਦਾ ਹੀਆ ਨਾ ਹੋਇਆ, ਕਿਉਂਕਿ ਉਹਨਾਂ ਦਾ ਘਰ ਜੋ ਮੱਚ ਗਿਆ ਸੀ। ਕਿਉਂਕਿ ਘਟਨਾ ਬਣ ਗਈ ਸੀਗੀ ਕਿ ਉਸ ਤੋਂ ਬਾਅਦ ਜਿਹੜਾ ਸੀਗਾ ਭਾਈ ਜੈਤਾ ਜੀ ਉੱਥੇ ਲੈ ਆਏ ਤੇ ਉਹਨਾਂ ਦਾ ਧੜ ਸੰਸਕਾਰ ਕਰਤਾ। ਧੜ ਸੰਸਕਾਰ ਕਰਨ ਤੋਂ ਬਾਅਦ ਤੀਸਰੇ ਦਿਨ ਬਾਬਾ ਲੱਖੀ ਸ਼ਾਹ ਜੀ ਨੇ ਅੰਗੀਠਾ ਸਾਹਿਬ ਲੈ ਕੇ ਪਿੱਤਲ ਦੀ ਗਾਗਰ ਦੇ ਵਿੱਚ ਉਸੇ ਸਥਾਨ ਦੇ ਉੱਤੇ ਦੱਬ ਦਿੱਤਾ ਗਿਆ। ਉਸ ਤੋਂ ਬਾਅਦ ਥੋੜੇ ਚਿਰ ਬਾਅਦ ਉੱਥੇ ਮੁਗਲਾਂ ਨੇ ਮਸਜਿਦ ਬਣਾ ਦਿੱਤੀ ਗਈ ਤੇ ਜਦੋਂ ਮਸਜਿਦ ਬਣਾ ਦਿੱਤੀ ਗਈ ਇੰਨੇ ਨੂੰ ਕਿਉਂਕਿ ਗੁਰੂ ਸਾਹਿਬ ਬਾਲ ਜਿਹੜੇ ਗੋਬਿੰਦ ਰਾਏ ਸੀਗੇ ਉਹ ਅਨੰਦਪੁਰ ਸਾਹਿਬ ਸੀਗੇ ਤੇ ਬਾਬਾ ਲੱਖੀ ਸ਼ਾਹ ਜੀ ਉੱਥੇ ਵੀ ਅਨੰਦਪੁਰ ਸਾਹਿਬ ਵੀ ਗਏ, ਉਹਨਾਂ ਦੇ ਘਟਨਾਕ੍ਰਮ ਬਾਰੇ ਵੀ ਦੱਸਿਆ ਸਾਰਾ ਕੁਝ। ਤੇ ਅੰਤਤः ਜਿਹੜੇ ਬਾਬਾ ਲੱਖੀ ਸ਼ਾਹ ਜੀ ਸੀਗੇ ਇਹ ਸੰਮਤ 1737 ਈਸਵੀ ਨੂੰ 30 ਜੇਠ ਸੰਮਤ 1737 ਈਸਵੀ ਨੂੰ ਕਾਲ ਚਲਾਣਾ ਕਰ ਗਏ ਸੀ। ਇਹ ਸੰਨ ਕਿੰਨਾ ਸੀ ਬਣਿਆ ਇਹ 1700 ਕਿੰਨਾ ਦੱਸਿਆ ਸੀ ਸੰਮਤ? 1737 ਦੇ ਵਿੱਚ ਜੀ। 37 ਦੇ ਵਿੱਚ ਇਹ 57 ਸਾਲ ਘਟਾ ਦਈਏ ਤਾਂ ਸੰਨ ਨਿਕਲੂਗਾ ਨਾ। ਹਾਂਜੀ ਭਾਈ 1680 ਈਸਵੀ ਬਣ ਗਿਆ ਤਾਂ ਹਾਂਜੀ, ਤੇ 1680 ਈਸਵੀ ਬਣਦਾ ਜੀ। ਹਾਂਜੀ 1680 ਬਣ ਗਿਆ ਹਨਾ। ਹਾਂਜੀ 1680 ਤਾਂ ਤਕਰੀਬਨ 100 ਸਾਲ ਦੀ ਆਰਜਾ ਭੋਗ ਕੇ ਬਾਬਾ ਲੱਖੀ ਸ਼ਾਹ ਜੀ ਗੁਰੂ ਚਰਨਾਂ ਦੇ ਵਿੱਚ ਬਿਰਾਜ ਗਏ ਜੀ। ਤੇ ਇੱਥੇ ਮੈਂ ਦੱਸ ਦਿਆਂ ਇੱਕ ਮਾੜਾ, ਜਿੱਥੇ ਉਹ ਮਸਜਿਦ ਬਣਨ ਦੀ ਗੱਲ ਆਈ ਹੈ ਨਾ, ਇਸ ਤੋਂ ਬਾਅਦ ਦੇ ਵਿੱਚ ਜੋ ਸਾਡੇ ਸੂਰਬੀਰ ਯੋਧੇ ਬਾਬਾ ਬਘੇਲ ਸਿੰਘ ਜੀ ਹੁਣਾਂ ਨੇ ਗਏ ਜਦੋਂ, ਤਾਂ ਉਹਨਾਂ ਨੇ ਫਿਰ ਉੱਥੇ ਗੁਰਦੁਆਰਾ ਸਾਹਿਬ ਬਣਵਾਇਆ, ਸ਼ਨਾਖਤ ਕਰਕੇ ਜਗ੍ਹਾ ਲੱਭੀ ਤੇ ਉੱਥੇ ਵਿਵਾਦ ਵੀ ਹੋਇਆ ਭਾਈ ਸਾਡੀ ਮਸਜਿਦ ਨਾ ਢਾਓ, ਹਨਾ। ਉਹ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਆਪਣੇ ਸੂਰਜ ਪ੍ਰਕਾਸ਼ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੋਇਆ ਕਿ ਜਦੋਂ ਬਾਬਾ ਬਘੇਲ ਸਿੰਘ ਨੇ 1783 ਦੇ ਵਿੱਚ ਦਿੱਲੀ ਫਤਿਹ ਕੀਤੀ, ਕਿਉਂਕਿ ਦਿੱਲੀ ਉਸ ਵਕਤ ਕਮਜ਼ੋਰ ਹੋ ਚੁੱਕੀ ਸੀ। ਹਾਂਜੀ, ਉਹ ਕਮਜ਼ੋਰ ਹੋ ਚੁੱਕੇ ਸੀ। ਸਿੱਖਾਂ ਦੀ ਮਦਦ ਦੇ ਨਾਲ ਹੀ ਉਹ ਰਾਜਗੱਦੀ ਪ੍ਰਾਪਤ ਹੋਈ ਸੀ ਉਹਨਾਂ ਨੂੰ। ਤਾਂ ਉੱਥੇ ਕੀ ਹੋਇਆ ਕਿ ਬਾਬਾ ਲੱਖੀ ਸ਼ਾਹ ਵਣਜਾਰਾ ਜੀ ਦੇ ਜਿਹੜੇ ਪਰਿਵਾਰ ਸੀਗੇ ਉਹਨਾਂ ਨੇ ਦੱਸਿਆ ਕਿ ਇੱਥੇ ਸਾਡੇ ਪੁਰਖਿਆਂ ਨੇ ਗੁਰੂ ਸਾਹਿਬ ਦਾ ਅੰਗੀਠਾ ਸਾਹਿਬ ਸਾਂਭਿਆ ਸੀਗਾ, ਜਿੱਥੇ ਅੱਜ ਕੱਲ੍ਹ ਮਸਜਿਦ ਬਣੀ ਹੋਈ ਹੈ। ਤਾਂ ਉੱਥੇ ਕਾਫੀ ਜਦੋਂ ਵਿਚਾਰ ਚਰਚਾ ਹੋਈ ਸਿੰਘਾਂ ਨੇ ਕਿਹਾ ਕਿ ਇੱਥੇ ਮਸਜਿਦ ਤੋੜੀ ਜਾਊਗੀ ਤੇ ਰਾਜ ਸੀ ਮੁਗਲਾਂ ਦਾ ਸੀ, ਉਹਨਾਂ ਨੇ ਤੋੜਨ ਨਾ ਦਿੱਤੀ। ਫਿਰ ਕਿਉਂਕਿ ਸਿੱਖਾਂ ਦੇ ਸਹਿਯੋਗ ਦੇ ਨਾਲ ਹੀ ਤਾਂ ਰਾਜਗੱਦੀ ਪ੍ਰਾਪਤ ਹੋਈ ਸੀ, ਉਹ ਫਰਮਾਨ ਜਾਰੀ ਕਰਾਇਆ ਸੀ। ਨਾ ਵਿੱਚ ਵਿਚਾਲੇ ਫਿਰ ਇਹ ਗੱਲ ਹੋਈ ਕਿ ਪਹਿਲਾਂ ਇਸ ਮਸਜਿਦ ਨੂੰ ਤੋੜਿਆ ਜਾਵੇ, ਖੋਜ ਥਲੋਂ ਖੁਦਾਈ ਕੀਤੀ ਜਾਵੇ, ਅਗਰ ਕੁਝ ਮਿਲਦਾ ਸਿੱਖ ਸਰੋਤ ਤਾਂ ਫਿਰ ਇਹ ਗੁਰਦੁਆਰਾ ਸਾਹਿਬ ਬਣਾਇਆ ਜਾਊਗਾ, ਅਗਰ ਨਹੀਂ ਮਿਲਦਾ ਤਾਂ ਸਿੱਖ ਪੰਥ ਆਪਣੀ ਦਸਵੰਧ ਦੇ ਵਿੱਚੋਂ
ਮਸਜਿਦ ਬਣਾਈ ਜਾਊਗੀ ਸਿੱਖ ਪੰਥ ਦੇ ਆਪਣੇ ਦਸਵੰਧ ਦੇ ਵਿੱਚ ਜੀ। ਇਸ ਤਰ੍ਹਾਂ ਖੁਦਾਈ ਹੋਈ ਜਿੱਥੋਂ ਪਿੱਤਲ ਦੀ ਗਾਗਰ ਨਿਕਲੀ ਤਾਂ ਉੱਥੇ ਫਿਰ ਗੁਰਦੁਆਰਾ ਸਾਹਿਬ ਸ਼ੋਭਿਤ ਕੀਤਾ। ਪਰਿਵਾਰ ਦਾ ਕੀ ਬਣਿਆ ਸੀ ਲੱਖੀ ਸ਼ਾਹ ਬਣਜਾਰਾ ਦੇ? ਜੋ ਪਰਿਵਾਰ ਦੀ ਗੱਲ ਆਉਂਦੀ ਉਦੋਂ ਬਾਅਦ ਦੇ ਵਿੱਚ ਕੀ ਉਹ ਜਿਉਂਦੇ ਰਹੇ ਸੀ ਜਾਂ ਕੁਝ ਸਜ਼ਾ ਮਿਲੀ ਸੀ ਜਾਂ ਕਿਵੇਂ ਉਹਨਾਂ ਨੇ ਸਰਵਾਈਵ ਕੀਤਾ ਬਾਅਦ ਦੇ ਵਿੱਚ? ਬਾਬਾ ਲੱਖੀ ਸ਼ਾਹ ਵਣਜਾਰਾ ਜੀ ਦੇ ਜੀਵਨ ਕਾਲ ਤੋਂ ਬਾਅਦ ਉਹਨਾਂ ਦੇ ਸਪੁੱਤਰਾਂ ਨੇ, ਸਿੱਖ 8 ਪੁੱਤਰ ਸੀਗੇ ਜਿਹੜੇ 8 ਦੇ 8 ਸਿੱਖ ਧਰਮ ਦੇ ਲਈ ਸ਼ਹਾਦਤ ਦਾ ਜਾਮ ਪੀਤਾ। ਵੱਡੇ ਭਰਾਤਾ ਸੀਗੇ, ਵੱਡੇ ਬੇਟਾ ਸੀਗੇ ਭਾਈ ਨਗਾਈਆ ਜੀ ਜੀ। ਉਹ ਭਾਈ ਮਣੀ ਸਿੰਘ ਜੀ ਦੇ ਨਾਲ ਮਿਲ ਕੇ ਅੰਮ੍ਰਿਤਸਰ ਦੀ ਲੜਾਈ ਜਿਹੜੀ ਹੋਈ ਹੈ, ਅੰਮ੍ਰਿਤਸਰ ਦੀ ਲੜਾਈ ਦੇ ਵਿੱਚ ਸ਼ਹਾਦਤ ਨੂੰ ਪ੍ਰਾਪਤ ਹੋਏ ਨੇ ਜੀ। ਤੇ ਭਾਈ ਮਨੀ ਸਿੰਘ 1721 ਦਾ ਜ਼ਿਕਰ ਮਿਲਦਾ ਮੇਰੇ ਖਿਆਲ ਚ। ਹਾਂਜੀ ਹਾਂਜੀ ਹਾਂਜੀ। ਤਾਂ ਜਿਹੜੇ ਭਾਈ ਨਗਾਈਆ ਸਿੰਘ ਜੀ ਹੋਏ ਨੇ, ਭਾਈ ਨਗਾਈਆ ਸਿੰਘ ਜੀ 9 ਵਿਸਾਖ 1766 ਬਿਕਰਮੀ ਨੂੰ ਜੀ ਅੰਮ੍ਰਿਤਸਰ ਦੀ ਲੜਾਈ ਹੋਈ ਸੀ। ਇਹ ਉਸ ਵਕਤ ਜਿਹੜਾ ਚੌਧਰੀ ਸੀ ਹਰ ਸਹਾਏ ਚੌਧਰੀ ਸੀਗੇ, ਉਹਨਾਂ ਦੇ ਨਾਲ ਲੜਾਈ ਹੋਈ ਸੀ। ਭਾਈ ਨਗਾਇਆ ਸਿੰਘ ਜੀ ਉੱਥੇ ਸ਼ਹਾਦਤ ਨੂੰ ਪਿਆਰੇ ਹੋਏ ਸੀ। ਤੇ ਇਸ ਤੋਂ ਛੋਟੇ ਭਰਾਤਾ ਸੀਗੇ ਇਹਨਾਂ ਦੇ ਭਾਈ ਨਗਾਇਆ ਜੀ ਦੇ ਜਵਾਹਰ ਸਿੰਘ, ਜਿਹੜੇ 1700 ਈਸਵੀ ਨੂੰ 30 ਭਾਦੋਂ ਨੂੰ ਜੰਗ ਹੋਈ ਸੀ ਗੁਰੂ ਸਾਹਿਬ। 1700 ਸੰਮਤ ਆ ਜਾਂ 1700 ਈਸਵੀ ਜੀ? ਈਸਵੀ ਹਾਂਜੀ 1700 ਈਸਵੀ। 1757 ਸੰਮਤ 30 ਭਾਦੋਂ 1757 ਸੰਮਤ ਨੂੰ 1700 ਈਸਵੀ ਨੂੰ ਆਨੰਦਗੜ੍ਹ ਕਿਲਾ ਸੀ ਜਿਹੜਾ ਮਤਲਬ ਆਪਣੇ ਆਨੰਦਪੁਰ ਸਾਹਿਬ ਕਿਲਾ ਫਤਿਹਗੜ੍ਹ ਅਧੂਰਾ ਸੀਗਾ ਉਸ ਵਕਤ। ਜਿਹੜੇ ਪਹਾੜੀ ਰਾਜੇ ਸੀ ਉਹਨਾਂ ਨੇ ਹਮਲਾ ਕੀਤਾ ਸੀਗਾ, ਤਾਂ ਉੱਥੇ ਭਾਈ ਜਵਾਹਰ ਸਿੰਘ ਜੀ ਸ਼ਹੀਦ ਹੋਏ ਸੀਗੇ। ਤੇ ਇਸ ਤਰ੍ਹਾਂ ਆਪਣੇ ਇਹਨਾਂ ਦੀ ਬੇਟੀ ਸੀ ਜਿਹੜੀ ਮਾਤਾ ਸੀਤੋ ਬਾਈ, ਜਿਹੜੇ ਭਾਈ ਮਣੀ ਸਿੰਘ ਜੀ ਨੂੰ ਵਿਆਹੀ ਹੋਈ ਸੀ, ਅੰਮ੍ਰਿਤ ਛਕ ਕੇ ਬੀਬੀ ਬਸੰਤ ਕੌਰ ਬਣ ਗਏ। ਤਾਂ ਉਹ ਮੀਰ ਮੰਨੂ ਨੇ ਜਦੋਂ ਘੱਲੂ ਘਰਾ ਵੇਲੇ ਸਿੰਘਾਂ ਸਿੰਘਣੀਆਂ ਨੂੰ ਫੜਿਆ ਜੀ, ਜਦੋਂ ਇਹ ਤਕਰੀਬਨ ਉੱਤੇ ਮੁੱਲਾਂਪੁਰ ਦੇ ਕੋਲੇ ਇਹਨਾਂ ਨੂੰ ਸਿੰਘਾਂ ਸਿੰਘਣੀਆਂ ਨੂੰ ਪਿੰਡ ਕੋਪਾ ਜਾਂਦਾ ਮਰੀਲਕੋਟਲੇ ਚ, ਹਾਂਜੀ ਹਾਂਜੀ, ਉੱਥੇ ਬੰਦੀ ਬਣਾਇਆ ਗਿਆ ਸੀਗਾ। ਤਾਂ ਉਸ ਵਕਤ ਬੀਬੀ ਬਸੰਤ ਕੌਰ ਜੀ ਉਹਨਾਂ ਸਿੰਘਾਂ ਸਿੰਘਣੀਆਂ ਦੇ ਮਤਲਬ ਜਿਹੜੇ ਸਿੰਘਣੀਆਂ ਸੀਗੇ ਉਹਨਾਂ ਦੀ ਜਥੇਦਾਰਨੀ ਸੀਗੀ, ਉਹਨਾਂ ਨੂੰ ਗੁਰਮਤ ਦੀ ਮਤਲਬ ਵਾਹਿਗੁਰੂ ਦਾ ਜਾਪ ਕਰਾ ਕੇ ਦ੍ਰਿੜ ਕਰਾਉਂਦੇ ਰਹੇ ਨੇ। ਤੇ ਬਾਅਦ ਚ ਉਹਨਾਂ ਦੇ ਜਿਹੜੇ ਗਲਾਂ ਦੇ ਵਿੱਚ ਜਾਂਦੇ ਹੀ ਆ ਕਿ ਬੱਚਿਆਂ ਦੇ ਟੋਟੇ ਕਰਕੇ ਪਾਏ। ਉਸ ਵਕਤ ਬੀਬੀ ਬਸੰਤ ਕੌਰ ਨੇ ਉਹਨਾਂ ਨੂੰ ਸਿੰਘਣੀਆਂ ਨੂੰ ਪਰਪੱਕਤਾ ਮਤਲਬ ਕਰਵਾਈ ਸੀ ਕਿ ਇਹ ਡੋਲਣ ਨਾ ਜੀ। ਇੱਥੇ ਮੈਂ ਦਰਸ਼ਕਾਂ ਨੂੰ ਮੜਾ ਇਹ ਦੱਸਦਾ ਵੀ ਜਦੋਂ ਇਹ ਵੱਡਾ ਘੱਲੂਘਾਰਾ ਹੋਇਆ ਉਸ ਸਮੇਂ ਇੱਕ ਪਾਸੇ ਅਹਿਮਦ ਸ਼ਾਹ ਅਬਦਾਲੀ ਸੀ ਤੇ ਦੂਜੇ ਪਾਸੇ ਜੱਸਾ ਸਿੰਘ ਆਹਲੂਵਾਲੀਆ ਤੇ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਸਰਦਾਰ ਚੜ੍ਹਤ ਸਿੰਘ, ਉਹ ਵੀ ਉਸ ਸਮੇਂ ਨਾ ਮਤਲਬ ਉਹ ਆਪਸ ਵਿੱਚ ਕਹਿ ਸਕੋ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਟੱਕਰੇ ਲੈ ਰਹੇ ਸੀਗੇ। ਤੇ ਉਸ ਸਮੇਂ ਕਹਿ ਸਕਦੇ ਹਾਂ ਕਿ ਸਿੱਖਾਂ ਦੇ ਵਿੱਚ ਬਹੁਤ ਖਤਰਨਾਕ ਸਮਾਂ ਸੀ। ਕਦੇ ਜੰਗਲਾਂ 'ਚ ਰਹਿਣਾ, ਕਦੇ ਪਹਾੜਾਂ 'ਚ ਰਹਿਣਾ, ਕਦੇ ਰੋਟੀ ਮਿਲਣੀ ਤੇ ਕਈ ਦਿਨ ਭੁੱਖੇ ਧੇ ਰਹਿ ਕੇ ਸਮੇਂ ਗੁਜ਼ਾਰੇ। ਦਰਖਤਾਂ ਦੇ ਪੱਤੇ ਸੂਤ ਕੇ ਸਭ ਤੋਂ ਔਖਾ ਸਮਾਂ ਸੀ। ਹਾਂਜੀ ਹਾਂਜੀ, ਔਖਾ ਸਮਾਂ ਸੀ ਕਿਉਂਕਿ ਜਦੋਂ ਸੈਦ ਖਾਂ ਦੇ ਨਾਲ ਜਦੋਂ ਲਖਪਤ ਰਾਏ ਤੇ ਜਸਪਤ ਰਾਏ ਜਿਹੜੇ ਕਹਿੰਦੇ ਸੀ ਸਿੱਖੀ ਇੱਕ ਖੱਤਰੀ ਨੇ ਸ਼ੁਰੂ ਕੀਤੀ ਹੈ ਤੇ ਇਹਨੂੰ ਖਤਮ ਵੀ ਖੱਤਰੀ ਕਰੂਗਾ, ਉਸ ਵਕਤ ਜਿਹੜੇ ਹਾਲਾਤ ਸੀਗੇ ਸਿੱਖਾਂ ਦੇ ਬੜੇ ਮਤਲਬ ਭਿਅੰਕਰ ਸੀਗੇ। ਇੱਕ ਪਾਸੇ ਪਿੱਛੇ ਲਖਪਤ ਰਾਏ ਤੇ ਜਸਪਤ ਰਾਏ ਉਹਨਾਂ ਨੂੰ ਚੜਿਆ ਆਉਂਦਾ ਸੀਗਾ ਉੱਪਰ ਪਹਾੜੀਆਂ ਦੇ, ਜਿਹੜੇ ਪਹਾੜੀ ਰਾਜੇ ਸੀਗੇ ਉਹ ਗੋਲੀਆਂ ਦੀ ਬਛਾੜ ਕਰ ਰਹੇ ਸੀਗੇ। ਤਾਂ ਬੜੇ ਦੁਖਦਾਇਕ ਮਤਲਬ ਜਦੋਂ ਇਤਿਹਾਸ ਪੜ੍ਹਦੇ ਆ ਤਾਂ ਹੰਝੂ ਆਉਂਦੇ ਆ ਜੀ ਆਪਣੇ। ਤੁਹਾਨੂੰ ਮੈਂ ਦੱਸਦਿਆਂ ਆਹ ਜਿਹੜਾ ਦਿਨ ਚੱਲਦੇ ਆ ਹਨਾ, ਖੈਰ ਇਹ ਦਿਨਾਂ 'ਚ ਵੀ ਨਹੀਂ ਸਾਰੇ ਦਿਨਾਂ 'ਚ ਆਪਾਂ ਨੂੰ ਮੈਂ ਕਹਿੰਦਾ ਵੀ ਤੁਸੀਂ ਇੱਕ ਤਾਂ ਬਲਦੇਵ ਸਿੰਘ ਸੜਕਨਾਮਾ ਦੀ ਕਿਤਾਬ ਪੰਜਵਾਂ ਸਾਹਿਬਜ਼ਾਦਾ ਉਹ ਲਾਜ਼ਮੀ ਪੜ੍ਹੋ ਤਾਂ ਆਪਦੇ ਬੱਚਿਆਂ ਨੂੰ ਪੜ੍ਹਾਓ। ਸੋਹਣ ਸਿੰਘ ਸੀਤਲ ਤੁਸੀਂ ਜਦੋਂ ਪੜ੍ਹੋਗੇ ਜਾਂ ਮਕਾਲਫ ਜਾਂ ਸਾਰੇ ਇਤਿਹਾਸ ਸਰੋਤ ਨੇ ਜੋ ਵੱਖ-ਵੱਖ ਜਾਣਕਾਰੀ ਦਿੰਦੇ ਆ ਤਾਂ ਤੁਹਾਨੂੰ ਲੱਗੂਗਾ ਯਾਰ ਸਾਡਾ ਇਤਿਹਾਸ ਆਹ ਸੀ। ਤੁਹਾਡਾ ਸ਼ਰਧਾ ਦੇ ਨਾਲ ਸਿਰ ਝੁਕ ਜੂਗਾ ਉਹਨਾਂ ਥਾਵਾਂ ਲਈ ਯਾਰ ਆਹ ਰਾਹਾਂ ਤੋਂ ਵੀ ਸਾਡੇ ਸੂਰਵੀਰ ਗੁਜ਼ਰੇ ਆ। ਦਰਿਆ ਪਾਰ ਕਰਨ ਇੱਕ ਮੀਂਹ ਪੈਂਦਾ ਹੁੰਦਾ ਸੀ, ਦਰਿਆ ਪਾਰ ਕਰਦੇ ਸੀ, ਪਹਾੜਾਂ ਨੂੰ ਚੜ੍ਹਦੇ ਸੀ ਤੇ ਉੱਤੋਂ ਪਹਾੜੀ ਹਮਲਾ ਕਰਦੇ ਸੀ ਤੇ ਮਗਰ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ। ਘੋੜੇ ਕਿਹੋ ਜਿਹੇ ਹੋਣਗੇ, ਉਹ ਜ਼ਖਮੀ ਕਿਹੜੀਆਂ ਹਾਲਤਾਂ 'ਚ ਹੋਣਗੇ ਨਾ, ਕਿਵੇਂ ਸਰਵਾਈਵ ਕੀਤਾ ਉਹਨਾਂ ਨੇ। ਬੜੀ ਸੁੱਖਾ ਸਿੰਘ ਜਿਹੜੇ ਮਾੜੀ ਕੁੰਬੋ ਗਏ ਸੀਗੇ ਇਤਿਹਾਸ ਦੇ ਜ਼ਿਕਰ ਆਉਂਦਾ ਕਿ ਉਹਨਾਂ ਦੇ ਪੱਟ ਤੇ ਗੋਲੀ ਵੱਜੀ ਸੀ ਜੀ। ਤਾਂ ਪੱਟ ਦੇ ਉੱਪਰ ਗੋਲੀ ਵੱਜੀ ਸੀ, ਉਹਨਾਂ ਨੇ ਕੀਤਾ ਆਪਣੀ ਪੱਗ ਨੂੰ ਉਤਾਰ ਕੇ ਉਹ ਇਸੇ ਤਰ੍ਹਾਂ ਹੀ ਬੰਨ ਲਿਆ। ਇਸੇ ਤਰ੍ਹਾਂ ਹੀ ਬੰਨ ਕੇ ਨਾਲੇ ਤਾਂ ਜੰਗ ਦੇ ਮੈਦਾਨ ਵਿੱਚ ਲੜਦੇ ਰਹੇ, ਨਾਲੇ ਜੂਝਦੇ ਰਹੇ, ਨਾਲੇ ਆਪਣੀ ਮਤਲਬ ਔਕੜਾਂ ਚੱਲਦੇ ਰਹੇ। ਤਾਂ ਉਹ ਇੰਨੇ ਦਿਨ ਡਾਕਟਰੀ ਸੇਵਾਵਾਂ ਕਿੱਥੇ ਸੀ ਉਸ ਵਕਤ।
ਤੇ ਪਤਾ ਨਹੀਂ ਕਿੰਨੇ ਦਿਨ ਇਸੇ ਤਰ੍ਹਾਂ ਉਹ ਪੱਗ ਬੰਨ੍ਹ ਕੇ ਤੁਰੇ ਫਿਰੇ। ਬਾਅਦ ਚ ਖਾਲਸੇ ਨੇ ਕਿਹਾ ਕਿ ਤੁਸੀਂ ਇਹਨੂੰ ਖੋਲੋ, ਥੋੜੀ ਬਹੁਤੀ ਮਲਮ ਪੱਟੀ ਕਰੀਏ, ਪਰੰਤੂ ਉਹ ਕਹਿੰਦੇ ਵੀ ਛੇਤੀ ਨਿਕਲੀਏ ਆਪਾਂ, ਜੇ ਮੇਰੀ ਮਲਮ ਪੱਟੀ ਕਰਨ ਲੱਗ ਗਏ ਤਾਂ ਇੱਥੇ ਪਤਾ ਨਹੀਂ ਕਿੰਨਾ ਹੀ ਕਾਫਲਾ ਸੈਂਕੜੀ ਤਾਦਾਦ ਦੇ ਸ਼ਹੀਦ ਹੋ ਜਾਣੇ ਆ। ਇਹ ਹਾਲਾਤ ਸੀਗੇ ਉਸ ਵਕਤ ਦੇ। ਤੇ ਇਹ ਇਹਨਾਂ ਹਾਲਾਤਾਂ ਦੇ ਚੱਲਦੇ ਚੱਲਦੇ ਫਿਰ ਕੀ ਹੋਇਆ ਜੀ, ਜਦੋਂ ਪਤਾ ਲੱਗਿਆ ਮੁਗਲਾਂ ਨੂੰ ਕਿ ਬੰਦਾ ਸਿੰਘ ਬਹਾਦਰ, ਜਦੋਂ ਜਿਵੇਂ ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਜਦੋਂ ਥਾਪੜਾ ਦੇ ਗਿਆ, ਹਾਂ ਉਹਨਾਂ ਦੇ ਨਾਲ ਜਿਹੜੇ 5 ਸਿੰਘ ਭੇਜੇ ਸੀ, ਉਹਨਾਂ ਦੇ ਵਿੱਚੋਂ 2-3 ਸੀਗੇ ਉਹ ਵਣਜਾਰਾ ਉਹੀ ਸੀਗੇ ਭਾਈ ਇਹਦੇ ਭਾਈ ਮਨੀ ਸਿੰਘ ਜੀ ਦੇ ਮਤਲਬ ਉਹ ਸੀਗੇ ਭਰਾਤਾ ਸੀਗੇ, ਭਾਗੂ ਵਣਜਾਰਾ ਸੀਗੇ, ਭਾਈ ਬਾਜ ਸਿੰਘ ਸੀਗੇ, ਇਹ ਚਚੇਰੇ ਭਰਾ ਸੀ ਭਾਈ ਮਨੀ ਸਿੰਘ ਜੀ ਦੇ ਜੀ। ਤਾਂ ਉਹਦੇ ਨਾਲ ਬੰਦਾ ਬਹਾਦਰ ਦੇ ਨਾਲ ਜਿਹੜੀ ਸੈਨਾ ਆਈ, ਜਿਹੜੀ ਸੈਨਾ ਸੀਗੀ ਉਹ ਵਣਜਾਰਾ ਸੈਨਾ ਹੀ ਆਈ ਸੀਗੀ, ਉਹ ਭਾਗੂ ਵਣਜਾਰਾ ਦੀ ਸੈਨਾ ਸੀ ਜੀ ਨਾਲ। ਜਿਹੜੇ ਭਾਗੂ ਵਣਜਾਰਾ ਔਰੰਗਜ਼ੇਬ ਦੀ ਸੈਨਾ ਦੇ ਵਿੱਚ 5000 ਮਨਸਬ ਦੇ ਜਰਨੈਲ ਸੀਗੇ ਜੀ। ਹਾਂਜੀ 5 ਮਤਲਬ ਜਦੋਂ ਮੁਗਲ ਕਾਲ ਦੇ ਨੂੰ ਪੜ੍ਹਦੇ ਆ ਨਾ ਮੱਧਕਾਲੀਨ ਨੂੰ, ਜਿਹੜੀ ਉਸ ਵਕਤ ਜਿਹੜਾ ਵੱਡਾ ਖਿਤਾਬ ਸੀਗਾ ਜਰਨੈਲਾਂ ਦਾ ਉਹ 5000 ਮਨਸਬ ਹੀ ਸੀਗਾ। ਜਿਵੇਂ ਜਿਵੇਂ ਕਹਿ ਲਓ DIG ਤੋਂ ਵੱਡਾ ਕੋਈ ਨਹੀਂ ਹੁੰਦਾ, ਤਾਂ ਇਸੇ ਤਰ੍ਹਾਂ ਉਹ 5000 ਮਨਸਬ ਸੈਨਾ ਸੀਗੀ ਜਿਹੜੀ ਬੰਦਾ ਸਿੰਘ ਬਹਾਦਰ ਦੇ ਨਾਲ ਵਣਜਾਰਾ ਸੈਨਾ ਹੀ ਇੱਥੇ ਆਈ। ਹੌਲੀ ਹੌਲੀ ਉਹਨਾਂ ਨੇ ਮਤਲਬ ਜਿਹੜਾ ਸਿੱਖ ਇਨਕਲਾਬ ਲਿਆਂਦਾ, ਸੋਨੀਪਤ, ਸਮਾਣਾ, ਸਢੌਰਾ, ਸਰਹੰਦ, ਇਹ ਸਾਰੇ ਫਤਿਹ ਕਰਦੇ ਹੋਏ ਇੱਧਰ ਆ ਗਏ ਸੀ। ਹਾਂਜੀ ਹਾਂਜੀ। ਤਾਂ ਆਪਾਂ ਗੱਲ ਕਰ ਰਹੇ ਸੀ ਕਿ ਇਹਨਾਂ ਦੇ ਪਰਿਵਾਰ ਦਾ ਬਣਿਆ ਕੀ, ਜਦੋਂ ਪਤਾ ਲੱਗਿਆ ਮੁਗਲਾਂ ਨੂੰ ਕਿ ਇਹਨਾਂ ਨੂੰ ਆਖਰ ਉਹ ਕਿਹੜੇ ਲੋਕ ਨੇ ਜਿਹੜੇ ਜ਼ਿਆਦਾ ਮਦਦ ਕਰ ਰਹੇ ਨੇ, ਹੌਲੀ ਹੌਲੀ ਪਤਾ ਲੱਗਿਆ ਕਿ ਵਣਜਾਰਾ ਲੋਕ ਨੇ, ਜਿਹੜੇ ਵਣਜਾਰਾ ਪਰਿਵਾਰ ਨੇ, ਉਹ ਹਥਿਆਰ ਵੀ ਸਪਲਾਈ ਕਰ ਰਹੇ ਨੇ, ਰਾਸ਼ਨ ਵੀ ਸਪਲਾਈ ਕਰ ਰਹੇ ਨੇ, ਤੇ ਇਹਨਾਂ ਨੂੰ ਮਤਲਬ ਜਿਵੇਂ ਕਹਿ ਲਓ ਗਿਣਤੀ ਦੇ ਆਪਣੇ ਸਿਪਾਹੀ ਵੀ ਦੇ ਰਹੇ ਨੇ। ਤਾਂ ਜਿਹੜੀ ਉਸ ਵਕਤ ਫਿਰ ਸਖਤਾਈ ਹੈ ਵਣਜਾਰਿਆਂ ਤੇ ਹੋਣ ਲੱਗ ਗਈ, ਉਹਨਾਂ ਨੂੰ ਫੜ ਕੇ ਸ਼ਹੀਦ ਕਰਨ ਲੱਗ ਗਏ। ਤੇ ਜਿਹੜਾ ਉਹਨਾਂ ਦਾ ਵਪਾਰ ਸੀਗਾ ਉਹ ਵਪਾਰ ਖਿੱਲਰ ਪੁੱਲਰ ਗਿਆ ਜੀ। ਮੁਗਲਾਂ ਨੇ ਤਾਂ ਉਹਨਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ ਗਏ ਕਿ ਮਤਲਬ ਕਿ ਇਤਿਹਾਸ ਦੇ ਤਾਂ ਸਿੱਖਾਂ ਦੇ ਸਿਰਾਂ ਦੇ ਮੁੱਲ ਹੀ ਜ਼ਿਕਰ ਆਉਂਦਾ ਹੈ ਜੀ। ਪਰੰਤੂ ਬੇਸਿਕਲੀ ਜਿਹੜਾ ਉਹ ਸੀਗਾ ਕਨਸੈਪਟ ਸੀਗਾ ਉਹ ਵਣਜਾਰੇ ਸਿੱਖ ਸੀਗੇ ਜਿਨ੍ਹਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਜ਼ਿਆਦਾਤਰ, ਕਿਉਂਕਿ ਰੀੜ ਦੀ ਹੱਡੀ ਬਣ ਗਏ ਸੀ, ਫਾਈਨੈਂਸ਼ੀਅਲੀ ਸਪੋਰਟ ਹੋ ਗਈ ਹੈ। ਹਾਂਜੀ ਹਾਂਜੀ ਹਾਂਜੀ। ਉਸ ਤੋਂ ਬਾਅਦ ਜਦੋਂ ਫਿਰ ਉਹ ਅੰਗਰੇਜ਼ ਆਏ, ਅੰਗਰੇਜ਼ਾਂ ਨੇ ਕ੍ਰਿਮੀਨਲ ਟ੍ਰਾਈਬਸ ਲਾਤਾ ਜੀ, ਕਿਉਂਕਿ ਅੰਗਰੇਜ਼ ਬੜੇ ਕਿਸੇ ਵੀ ਚੀਜ਼ ਨੂੰ, ਕਿਸੇ ਖਿੱਤੇ ਨੂੰ ਸਮਝਣ ਦੇ ਲਈ ਬੜੀ ਡੂੰਘਾਈ ਦੇ ਵਿੱਚ ਜਾਂਦੇ ਸੀਗੇ। ਤਾਂ ਉਹਨਾਂ ਨੇ ਜਦੋਂ ਇਹ ਖੋਜ ਕੀਤੀ ਕਿ ਆਖਰ ਪਿਛੋਕੜ ਦੇ ਵਿੱਚ ਕਿਹੜੇ ਪੰਜਾਬ ਦੇ ਇਸ ਤਰ੍ਹਾਂ ਲੜਾਕੂ ਕੌਮਾਂ ਸੀਗੀਆਂ ਜਿਹੜੀਆਂ ਪਿੱਛੇ ਲੜਦੀਆਂ ਰਹੀਆਂ ਨੇ, ਤਾਂ ਫਿਰ ਫਾਈਂਡ ਆਊਟ ਹੋਇਆ ਕਿ ਵਣਜਾਰੇ ਸੀ ਜਿਹੜੇ ਉਹ ਜ਼ਿਆਦਾਤਰ ਇਹਨਾਂ ਬਹਾਦਰੀ ਨਾਲ ਲੜੇ ਨੇ ਤੇ ਇਹਨਾਂ ਇਨਕਲਾਬ ਲਿਆਂਦਾ। ਤਾਂ ਅੰਗਰੇਜ਼ਾਂ ਨੇ ਵੀ ਵਣਜਾਰਿਆਂ ਦੇ ਵਿੱਚ ਕ੍ਰਿਮੀਨਲ ਟ੍ਰਾਈਬਸ ਲਾ ਦੇ 30 ਰੁਪਏ ਪਰ ਸਿਰ ਦਾ ਮੁੱਲ ਲਾਇਆ ਗਿਆ ਸੀ ਉਹਨਾਂ ਦੇ ਜੀ। ਹਾਂ, ਤਾਂ ਜਿੱਥੇ ਫਿਰ ਵਣਜਾਰਿਆਂ ਦੇ ਪਿੰਡ ਸੀਗੇ ਉਹ ਉਹਨਾਂ ਦੇ ਉਹਨੂੰ ਛੱਡਣੇ ਪਏ, ਤਹਿਸ ਨਹੀਂ ਕੀਤੇ ਗਏ, ਤੇ ਪਿੰਡ ਛੱਡ ਕੇ ਇਹਨਾਂ ਨੂੰ ਮਤਲਬ ਦਰੂਡੇ ਜਾਣਾ ਪਿਆ, ਰੂਹ ਪੋਸ਼ ਹੋ ਗਏ, ਆਪਣੀ ਪਹਿਚਾਣ ਬਦਲ ਲਈ। ਸ਼ਾਇਦ ਇਸੇ ਕਰਕੇ ਹੁਣ ਉਹ ਮਿਲ ਨਹੀਂ ਰਹੇ ਕਿਤੇ ਨਾ, ਸ਼ਾਇਦ ਉਹ ਇਤਿਹਾਸ ਦੇ ਵਿੱਚ ਹੁਣ ਕੀ ਕਿਤੇ ਉਹਨਾਂ ਨੂੰ ਗਵਾਰ ਲਿਖਿਆ ਜਾਂਦਾ, ਕਿਤੇ ਬਾਜ਼ੀਗਰ ਲਿਖਿਆ ਜਾਂਦਾ, ਕਿਤੇ ਲਵਾਣਾ ਲਿਖਿਆ ਜਾਂਦਾ, ਕਿਤੇ ਜਰਾਇਮ ਪੇਸ਼ਾ। ਹਾਂ, ਜਰਾਇਮ ਪੇਸ਼ਾ। ਤਾਂ ਉਹ ਅਲੱਗ-ਅਲੱਗ ਸਮਾਜ ਦੇ ਵਿੱਚ ਅਲੱਗ ਸਬ ਕੈਟਾਗਰੀ ਦੇ ਵਿੱਚ ਕਨਵਰਟ ਹੋ ਗਏ ਉਹ ਚੀਜ਼। ਤਾਂ ਇਹ ਸੀ ਬਾਬਾ ਲੱਖੀ ਸ਼ਾਹ ਵਣਜਾਰਾ ਦੀ ਜਿਹੜੀ ਮਹਾਨ ਕੁਰਬਾਨੀ ਤੇ ਉਹਨਾਂ ਦੇ ਪਰਿਵਾਰ ਦੀ ਕੁਰਬਾਨੀ। ਬਹੁਤ ਵੱਡਾ ਯੋਗਦਾਨ ਸੀ ਲੱਖੀ ਸ਼ਾਹ ਵਣਜਾਰਾ ਜੀ, ਬਾਬਾ ਲੱਖੀ ਸ਼ਾਹ ਵਣਜਾਰਾ ਜੀ। ਤੇ ਲਾਜ਼ਮੀ ਤੁਸੀਂ ਸੁਣਿਓ, ਬੱਚਿਆਂ ਨੂੰ ਲਾਜ਼ਮੀ ਇਹ ਗੱਲਾਂ ਬਾਤਾਂ ਸੁਣਾਇਓ। ਹੋਰ ਵੀ ਸੋਧਾਂ ਹੋ ਸਕਦੀਆਂ ਕਿ ਇਤਿਹਾਸਕ ਤੱਥ ਜਿਵੇਂ ਜਿਵੇਂ ਨਿਕਲਣਗੇ, ਇਹ ਕਦੇ ਬੰਦ ਹੋਣ ਵਾਲਾ ਮਸਲਾ ਨਹੀਂਗਾ, ਇਹ ਕੋਈ ਕਿੰਤੂ ਪਰੰਤੂ ਵਾਲਾ ਮਸਲਾ ਨਹੀਂ। ਤੁਸੀਂ ਕਿਤਾਬਾਂ ਕੁਛ ਹੋਰ ਪੜ੍ਹੀਆਂ ਹੋਣਗੀਆਂ, ਕੋਈ ਵਾਰੀ ਹੋਰ ਮਾੜੀ ਮੋਟੀ ਡਿਟੇਲ ਇੱਧਰ ਉੱਧਰ ਹੋ ਸਕਦੀ ਹੈ, ਇਹ ਕੋਈ ਵੱਡੀ ਗੱਲ ਨਹੀਂ। ਪਰ ਵੱਡੀ ਗੱਲ ਇਹ ਆ ਕਿ ਤੁਸੀਂ ਆਪਣੇ ਇਤਿਹਾਸ ਤੇ ਚਰਚਾ ਕਰ ਰਹੇ ਹੋ, ਇਹ 'ਚ ਬਹੁਤ ਕੁਝ ਸਿੱਖਣ ਨੂੰ ਮਿਲੂਗਾ, ਹਨਾ? ਇਦਾਂ ਹੀ ਗੱਲਾਂ ਇਤਿਹਾਸ, ਕਿਉਂਕਿ ਇਤਿਹਾਸ ਦਾ ਇੱਕ ਸਮੁੰਦਰ ਦੀ ਤਰ੍ਹਾਂ ਹੁੰਦਾ ਜੀ। ਇਹ ਜਿਹੜਾ ਅੱਜ ਦਾ ਲਿਖਿਆ ਇਤਿਹਾਸ ਕੱਲ ਨੂੰ ਕੁਝ ਹੋਰ ਨਵੇਂ ਤੱਥ ਮਿਲ ਗਏ ਤਾਂ ਉਹਦੇ ਵਿੱਚ ਸੁਧਾਰ ਹੁੰਦਾ ਰਹਿੰਦਾ ਹੈ। ਇਹ ਨਹੀਂ ਹੈਗਾ ਕਿ ਇਤਿਹਾਸ ਹੈ ਜਿਹੜਾ, ਇਤਿਹਾਸ ਕੋਈ ਵੀ ਨਹੀਂ ਕਹਿ ਸਕਦਾ ਕਿ ਮੈਂ ਇਸ ਇਤਿਹਾਸ ਨੂੰ ਅੱਜ ਜਿਹੜਾ ਲਿਖਤਾ ਜਾਂ ਕਾਰਜ ਕਰਤਾ ਇਸ ਤੋਂ ਬਾਅਦ ਕੋਈ ਨਹੀਂ ਕਰ ਸਕਦਾ। ਇਹ ਇਤਿਹਾਸ ਇੱਕ ਵਹਿਣ ਹੈ ਜੀ। ਇਹਦੇ ਵਿੱਚ ਜਿੰਨੀਆਂ ਕੋਈ ਜਿਵੇਂ ਟੂਬੀਆਂ ਲਾਊਗਾ ਕੁਛ ਨਾ ਕੁਛ ਪ੍ਰਾਪਤ ਹੀ ਹੋਊਗਾ, ਤੇ ਉਹ ਨਵੀਂ ਖੋਜ ਹੀ ਸਾਹਮਣੇ ਚੱਲਦੀ। ਇਹ ਲੜਨ ਝਗੜਨ ਦਾ ਵਿਸ਼ਾ ਨਹੀਂਗਾ, ਇਹ ਸਮਝਣ ਦਾ ਵਿਸ਼ਾ। ਸੋ ਬਾਈ ਜੀ, ਧੰਨਵਾਦ, ਤੁਸੀਂ ਸਾਨੂੰ ਸਮਾਂ ਦਿੱਤਾ, ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਤੁਹਾਡਾ, ਸਾਰੀ ਟੀਮ ਦਾ ਜੀ। ਮਿਹਰਬਾਨੀ ਜੀ, ਮਿਹਰਬਾਨੀ।
ਧੰਨਵਾਦ ਦਰਸ਼ਕੋ, ਮਿਲਦੇ ਹਾਂ ਅਗਲੀ ਵਾਰੀ ਹੋਰ ਕਿ ਨਵਾਂ ਵਿਸ਼ਾ ਲੈ ਕੇ।